ਸਤਨਾਮ ਵਾਹਿਗੁਰੂ ਸਾਹਿਬ ਜੀ। ਏਮੋ ਸਿੱਖਿਅਨ ਕੋ ਰੁਖ ਲਖ ਕਰ ਕਾ, ਮਹਾਰਾਜ ਗੁਰ ਕਰੁਣਾ ਧਰ ਕਾ। ਪੂਰਾ ਭੂਰ ਘਟਾ ਕ੍ਰਿਤ ਲੀਨਾ, ਬਖਸ਼ਨ ਕਰੇ ਦੇਖ ਕੈ ਦੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਕੋਟ ਬ੍ਰਹਮੰਡਾ ਦੇ ਮਾਲਕ, ਜਾਗਦੀ ਜੋਤ, ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ ਜਗਤ ਗੁਰੂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੇ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਬਿਖੈ ਭਵ ਲਇਓ। ਹਮ ਇਹ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ। ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਅਨ ਪਕੜ ਪਛਾਰੋ। ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਹੋ ਸਾਧੂ ਸਭ ਮਨਮੰ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾੜਨ। ਧੰਨ ਧੰਨ ਕਲਗੀਧਰ ਪਿਤਾ ਬਾਲਾ ਪ੍ਰੀਤਮ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ। ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ਼ਾਮ ਵੇਲੇ ਦੇ ਸੁੰਦਰ ਦੀਵਾਨ ਸਜ ਰਹੇ ਹਨ। ਪਾਵਨ ਸੁੰਦਰ ਦੀਵਾਨਾਂ ਵਿੱਚ ਸ੍ਰੀ ਰਹਿਰਾਸ ਸਾਹਿਬ ਦਾ ਪਾਠ, ਆਰਤੀ ਆਰਤਾ ਅਰਦਾਸ ਉਪਰੰਤ ਪਾਵਨ ਸਤਿਗੁਰਾਂ ਦੇ ਮੁਖਵਾਕ ਆਪ ਜੀਆਂ ਨੇ ਬੜੇ ਹੀ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਸਰਵਨ ਕੀਤੇ ਹਨ। ਜੋ ਲੜੀਵਾਰ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ, ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਿਤਾ ਸਤਿਗੁਰੂ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ, ਮਾਤਾ ਨਾਨਕੀ ਜੀ ਦੇ ਲਖਤੇ ਜਿਗਰ ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰ ਇਤਿਹਾਸ ਨੂੰ ਆਪ ਜੀ ਲੜੀਵਾਰ ਨਿੱਤ ਦੇ ਨੇਮ ਦੇ ਨਾਲ ਚੈਨਲਾਂ ਦੇ ਰਾਹੀਂ ਬੜੇ ਪ੍ਰੇਮ ਭਾਵਨਾ ਸ਼ਰਧਾ ਦੇ ਨਾਲ ਨਿਯਮ ਨਾਲ ਸਰਵਣ ਕਰ ਰਹੇ ਹੋ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪ ਜੀ ਨੇ ਸਤਿਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕੀਤਾ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਸੋ ਹਰਿਆਣੇ ਦੇ ਮਾਨਸਾ ਅਤੇ ਸੁਨਾਮ ਇਲਾਕਿਆਂ ਦੇ ਵਿੱਚ ਗੁਰਬਾਣੀ ਦਾ ਗੁਰਮਤ ਦਾ ਪ੍ਰਚਾਰ ਕਰ ਰਹੇ ਨੇ। ਜਿਹੜੇ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦੇ ਨੇ, ਉਪਦੇਸ਼ ਨੂੰ ਧਾਰਨ ਕਰਦੇ ਨੇ, ਉਹਨਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਕਲਿਆਣ ਕਰ ਰਹੇ ਨੇ, ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰ ਰਹੇ ਨੇ। ਅਤੇ ਜਿਹੜੇ ਮਨਮੁਖ ਹੋ ਕਰਕੇ, ਗੁਰੂ ਤੋਂ ਬੇਮੁਖ ਹੋ ਕਰਕੇ, ਗੁਰੂ ਘਰ ਦਾ ਹਿਰਦੇ ਦੇ ਵਿੱਚ ਈਰਖਾ ਧਾਰ ਕਰਕੇ ਗੁਰੂ ਪ੍ਰਤੀ ਨਫ਼ਰਤ ਹਿਰਦੇ ਵਿੱਚ ਪਾਲਦੇ ਨੇ, ਉਹ ਸਾਧ ਸੰਗਤ ਜੀ ਆਪਣੇ ਆਪ ਹੀ ਆਪਣਾ ਕੀਤਾ ਹੋਇਆ, ਜਿਵੇਂ ਸੰਸਾਰ ਦੇ ਵਿੱਚ ਇਹ ਲੌ ਹੈ ਕਿ ਬੰਦਾ ਜੋ ਵੀ ਕਰਮ ਕਰਦਾ ਹੈ ਉਹ ਸਾਧ ਸੰਗਤ ਜੀ ਘੁੰਮ ਕਰਕੇ ਉਸ ਨੂੰ ਦੁਬਾਰਾ ਉਹੀ ਭੋਗਣਾ ਪੈਂਦਾ ਹੈ। ਆਪੇ ਬੀਜ ਆਪੇ ਹੀ ਖਾਹੋ।
ਪਾਵਨ ਗੁਰਬਾਣੀ ਦਾ ਫਰਮਾਨ ਹੈ ਨਾ ਕਿ ਜਿਵੇਂ ਮਨੁੱਖ ਜੋ ਵੀ ਕਰਮ ਬੀਜਦਾ ਹੈ ਉਹ ਸਾਧ ਸੰਗਤ ਜੀ ਫਲ ਰੂਪ ਹੋ ਕਰਕੇ ਉਸ ਨੂੰ ਭੋਗਣਾ ਪੈਂਦਾ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਗਿਆਸੂ ਨੂੰ ਪ੍ਰੇਮੀਆਂ ਨੇ ਸਾਧ ਸੰਗਤ ਜੀ ਉਹਨਾਂ ਦੇ ਕਲਿਆਣ ਕਰ ਰਹੇ ਨੇ, ਅਤੇ ਜਿਹੜੇ ਮਨਮੁਖ ਨੇ, ਖੋਟੀ ਬੁੱਧੀ ਵਾਲੇ ਨੇ, ਗੁਰੂ ਘਰ ਦੇ ਨਾਲ ਈਰਖਾ ਕਰਦੇ ਨੇ, ਉਹ ਸਾਧ ਸੰਗਤ ਜੀ ਆਪਣੇ ਕਰਮਾਂ ਅਨੁਸਾਰ ਫਲ ਭੋਗ ਕਰਕੇ ਦੁਖੀ ਹੋ ਕਰਕੇ ਨਰਕਾਂ ਵਿੱਚ ਜਾ ਰਹੇ ਹਨ। ਸਤਿਗੁਰੂ ਸਾਹਿਬ ਜੀ ਜਿਵੇਂ ਸਾਧ ਸੰਗਤ ਜੀ ਸੰਗਰੂਰ ਇਲਾਕੇ ਦੇ ਵਿੱਚ ਕਈ ਇਹੋ ਜਿਹੇ ਪਿੰਡ ਨੇ, ਬਰਾ ਪਿੰਡ, ਸਵੇਰ ਇਸ ਤਰ੍ਹਾਂ ਲਹਿਰਾ ਗਾਗਾ ਪਿੰਡ, ਫਿਰ ਇਸ ਤਰ੍ਹਾਂ ਸਾਧ ਸੰਗਤ ਜੀ ਗੁਰਨੇ ਪਿੰਡ, ਇਸ ਤਰ੍ਹਾਂ 3-4 ਪਿੰਡਾਂ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਵਿਚਰ ਕਰਕੇ ਸੰਗਤਾਂ ਨੂੰ ਉਪਦੇਸ਼ ਬਖਸ਼ ਰਹੇ ਹਨ। ਆਓ ਜਿਵੇਂ ਪ੍ਰਸੰਗ ਚੱਲ ਰਿਹਾ ਹੈ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰੋ, ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਮ ਸਿੱਖਿਅਨ ਕੋ ਰੁਖ ਲਖ ਕਰ ਕਾ। ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਜਿੱਥੇ ਕਿਤੇ ਵੀ ਜਾ ਰਹੇ ਨੇ, ਨਾਲ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਘੋੜ ਸਵਾਰ ਵੀ ਨੇ, ਗਾਈਆਂ ਅਤੇ ਮੱਝਾਂ ਵੀ ਹਨ, ਅਤੇ ਕੁਝ ਪਿੰਡ ਵਾਲੇ ਸਤਿਗੁਰੂ ਸਾਹਿਬ ਜੀ ਦਾ ਅਦਬ ਸਤਿਕਾਰ ਕਰਦੇ ਨੇ। ਉਹਨਾਂ ਦੀ ਸੇਵਾ ਭਾਵਨਾ ਵੇਖ ਕਰਕੇ ਗੁਰੂ ਮਹਾਰਾਜ ਉਹਨਾਂ 'ਤੇ ਪ੍ਰਸੰਨਤਾ ਕਰਦੇ ਨੇ। ਪਰ ਕੁਝ ਪਿੰਡਾਂ ਦੇ ਲੋਕ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ, ਜਾਂ ਫਿਰ ਜਿਹੜੇ ਈਰਖਾਲੂ ਹੁੰਦੇ ਨੇ, ਜਾਂ ਫਿਰ ਜਿਹੜੇ ਕਹਿੰਦੇ ਨੇ ਇਹ ਪਤਾ ਨਹੀਂ ਬਾਬੇ ਕਿੱਥੋਂ ਆ ਗਏ ਨੇ, ਵਿਹਲੜ ਹੁੰਦੇ ਨੇ, ਇਹਨਾਂ ਨੂੰ ਕੋਈ ਕੰਮ ਕਾਰ ਤਾਂ ਹੈ ਨਹੀਂ, ਐਵੇਂ ਤੁਰੇ ਫਿਰਦੇ ਨੇ। ਕਈ ਨਿੰਦਕ ਵੀ ਹੁੰਦੇ ਨੇ ਸਾਧ ਸੰਗਤ ਜੀ। ਇਸ ਤਰ੍ਹਾਂ ਮਨਮੁਖਾਂ ਦਾ ਪਿੰਡ ਸੀ, ਅਤੇ ਉੱਥੇ ਗੁਰੂ ਕਿਆਂ ਸੇਵਾਦਾਰਾਂ ਨੇ ਜਾ ਕਰਕੇ ਆਪਣੇ ਗਾਈਆਂ ਮੱਝਾਂ ਵਾਸਤੇ ਕੁਝ ਸਾਧ ਸੰਗਤ ਜੀ ਘਾਹ ਪੱਠਾ ਜਿਹੜਾ ਹੈ ਵੇਖਣ ਵਾਸਤੇ ਉਹਨਾਂ ਦੇ ਖੇਤਾਂ ਦੇ ਵਿੱਚ ਗਏ ਨੇ। ਅਤੇ ਜਿਹੜੇ ਉੱਥੋਂ ਦੇ ਜੱਟ ਜ਼ਿਮੀਂਦਾਰ ਸਨ, ਜਿਹੜੇ ਨਾਸਤਿਕ ਸਨ, ਜਦੋਂ ਉਹਨਾਂ ਨੇ ਵੇਖਿਆ ਕਿ ਇਹ ਬਾਬੇ ਸਾਡੇ ਖੇਤਾਂ 'ਚ ਆਏ ਨੇ, ਉਹਨਾਂ ਨੇ ਸਾਧ ਸੰਗਤ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਸੇਵਾਦਾਰਾਂ ਦੇ ਨਾਲ ਬਦਸਲੂਕੀ ਕੀਤੀ ਹੈ। ਅਤੇ ਇਸ ਤਰ੍ਹਾਂ ਉਹ ਗੱਲਬਾਤ ਜਿਹੜੀ ਸਾਰੀ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਤੱਕ ਪਹੁੰਚੀ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸੇਵਾਦਾਰਾਂ ਦੇ ਨਾਲ ਘਰ ਦੇ ਉਸ ਪਿੰਡ ਦੇ ਉਸ ਨਗਰ ਦੇ ਜ਼ਿਮੀਂਦਾਰਾਂ ਨੇ ਬਦਸਲੂਕੀ ਕੀਤੀ ਹੈ। ਗੁਰੂ ਮਹਾਰਾਜ ਉੱਥੋਂ ਉੱਠ ਕਰਕੇ ਅਗਲੇ ਪਿੰਡ ਚਲੇ ਗਏ। ਅਗਲੇ ਪਿੰਡਾਂ ਵਾਲਿਆਂ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਬਹੁਤਾ ਅਦਬ ਸਤਿਕਾਰ ਕੀਤਾ। ਅਸਲ ਦੇ ਵਿੱਚ ਸਾਧ ਸੰਗਤ ਜੀ ਜਦੋਂ ਪਿਛਲੇ ਸੰਸਕਾਰ ਹੋਣ ਨਾ, ਤਾਂ ਹੀ ਹਿਰਦੇ ਦੇ ਵਿੱਚ ਸ਼ਰਧਾ ਭਾਵਨਾ ਪੈਦਾ ਹੁੰਦੀ ਹੈ। ਗੁਰੂ ਘਰ ਨੂੰ ਵੇਖ ਕਰਕੇ ਦੂਰੋਂ ਸਾਧ ਸੰਗਤ ਜੀ ਲੋਕੀ ਸਿਰ ਝੁਕਾਉਂਦੇ ਨੇ, ਮੱਥਾ ਟੇਕਦੇ ਨੇ। ਪਰ ਕਈ ਇਹੋ ਜਿਹੇ ਵੀ ਹੁੰਦੇ ਨੇ, ਨਾਮ ਸੁਨਤ ਜਨ ਬਿਛੂ ਡਸਾਨਾ, ਨਾਮ ਸੁਣਦਿਆਂ ਸਾਰ ਜਿਵੇਂ ਬਿੱਛੂ ਡੰਗ ਮਾਰਦਾ ਨਾ, ਇੰਨਾ ਕੁ ਸਾਧ ਸੰਗਤ ਜੀ ਉਹਨਾਂ ਨੂੰ ਦੁੱਖ ਪਹੁੰਚਦਾ ਹੈ ਕਿ ਇਹ ਬਾਬਿਆਂ ਨੇ ਤਾਂ ਵੇਖੋ ਜੀ ਸਵੇਰੇ 2 ਵਜੇ ਇਹਨਾਂ ਨੂੰ ਨੀਂਦਰ ਨਹੀਂ ਆਉਂਦੀ, ਇਹ ਆਪ ਤਾਂ ਸੁਣਦੇ ਨੇ, ਦੂਜਿਆਂ ਨੂੰ ਵੀ ਨਹੀਂ ਸੌਣ ਦਿੰਦੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਵੇਰੇ 2 ਵਜੇ ਇਹਨਾਂ ਨੇ ਮਾਈਕ ਲਾਇਆ ਹੁੰਦਾ ਆ, ਨੀਂਦ ਖਰਾਬ ਕਰਦੇ ਨੇ। ਇਸ ਤਰ੍ਹਾਂ ਉਹ ਸਾਧ ਸੰਗਤ ਜੀ ਗੁਰਬਾਣੀ ਸੁਣ ਕਰਕੇ ਉਹਨਾਂ ਨੂੰ ਪੀੜਾ ਹੁੰਦੀ ਹੈ। ਗੁਰਬਾਣੀ ਸੁਣ ਕਰਕੇ ਜਿਵੇਂ ਬਾਣੀ ਦਾ ਫਰਮਾਨ ਹੈ ਨਾ, ਨਾਮ ਸੁਨਤ ਨਾਮ ਨੂੰ ਸੁਣ ਕਰਕੇ ਜਨ ਬਿਛੂ ਡਸਾਨਾ, ਜਿਵੇਂ ਬਿੱਛੂ ਡੰਗ ਮਾਰਦਾ ਨਾ, ਇੰਝ ਸਾਧ ਸੰਗਤ ਜੀ ਉਹਨਾਂ ਦਾ ਸੁਭਾਅ, ਉਹਨਾਂ ਦਾ ਹਿਰਦਾ ਹੋ ਜਾਂਦਾ ਹੈ ਵੀ ਪਤਾ ਨਹੀਂ ਇਹ ਸਪੀਕਰ ਕਦੋਂ ਬੰਦ ਹੋਵੇਗਾ। ਉੱਦਾਂ ਭਾਵੇਂ ਡੀਜੇ ਦੇ ਉੱਤੇ ਪੁੱਠੇ ਸਿੱਧੇ ਗਾਣੇ ਸਾਰਾ ਦਿਨ ਸਾਰੀ ਰਾਤ ਸੁਣਦੇ ਰਹਿਣ, ਉਦੋਂ ਸਾਧ ਸੰਗਤ ਜੀ ਉਹ ਚੰਗਾ ਲੱਗਦਾ ਹੈ। ਅਤੇ ਜੇ ਗੁਰਬਾਣੀ ਲਾ ਦਈਏ, ਜੇ ਪਾਠ ਲਾ ਦਈਏ, ਜੇ ਰਹਿ ਰਸ ਦਾ ਪਾਠ ਹੋਵੇ, ਆਖੇ ਜੀ ਲਾਊਡ ਸਪੀਕਰ ਬੰਦ ਕਰੋ ਜੀ, ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਣੀ ਸੁਣ ਕਰਕੇ ਤਾਂ ਦੁੱਖ ਸਾਡੇ ਦੂਰ ਹੋਣਗੇ। ਬਾਣੀ ਸੁਣ ਕਰਕੇ ਤਾਂ ਸਾਧ ਸੰਗਤ ਜੀ ਬੱਚਿਆਂ ਦਾ ਹਿਰਦਾ ਇਕਾਗਰ ਹੋਵੇਗਾ।
ਇਹ ਬਾਣੀ ਹੀ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਕਰਕੇ ਮਨ ਇਕਾਗਰ ਹੁੰਦਾ ਹੈ। ਅਤੇ ਜੇ ਇਕਾਗਰ ਮਨ ਦੇ ਨਾਲ ਪੜ੍ਹਾਈ ਕਰਨਗੇ ਬੱਚੇ, ਫਿਰ ਜਿੱਥੇ ਸਾਧ ਸੰਗਤ ਜੀ ਜਿਹੜੀ ਪੜ੍ਹਾਈ ਵਾਸਤੇ 4 ਘੰਟੇ ਲੱਗਦੇ ਨੇ ਉਹ 1 ਘੰਟੇ ਦੇ ਵਿੱਚ ਹੋ ਜਾਵੇਗਾ ਕੰਮ। ਅਤੇ ਸਾਧ ਸੰਗਤ ਜੀ ਆਪਾਂ ਉਸ ਗੱਲ ਦਾ ਵਿਰੋਧ ਨਹੀਂ ਕਰਦੇ, ਜਦੋਂ ਡੀਜੇ ਵੱਜਦੇ ਨੇ ਸਾਰੀ ਸਾਰੀ ਰਾਤ ਸਾਰਾ ਦਿਨ ਪੁੱਠੇ ਸਿੱਧੇ ਗਾਣੇ ਵੱਜਦੇ ਨੇ, ਉਹਦੇ ਨਾਲ ਬੱਚਿਆਂ ਦੀ ਪੜ੍ਹਾਈ ਨਹੀਂ ਖਰਾਬ ਹੁੰਦੀ। ਹਾਂ, ਜੇ ਗ੍ਰੰਥੀ ਸਿੰਘ ਪਾਠ ਲਾ ਦੇਵੇ, ਸਵੇਰੇ ਨਿਤਨੇਮ ਲਾ ਦੇਵੇ, ਫਿਰ ਸਾਧ ਸੰਗਤ ਸ਼ਿਕਾਇਤਾਂ ਕਰਦੇ ਨੇ। ਇਸ ਤਰ੍ਹਾਂ ਸਾਧ ਸੰਗਤ ਜੀ ਮਨਮੁਖ ਲੋਕ ਹੁੰਦੇ ਨੇ। ਅਤੇ ਉਸ ਤਰ੍ਹਾਂ ਜੱਟ ਜ਼ਿਮੀਂਦਾਰਾਂ ਨੇ ਜਿਹੜੇ ਗੁਰੂ ਕੇ ਸੇਵਾਦਾਰ ਸਨ, ਉਹਨਾਂ ਦੀ ਬਦਸਲੂਕੀ ਕੀਤੀ। ਉਹ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਤੱਕ ਗੱਲ ਪਹੁੰਚੀ। ਗੁਰੂ ਮਹਾਰਾਜ ਉਸ ਨਗਰ ਤੋਂ ਅਗਲੇ ਪਿੰਡ ਗਏ। ਅਗਲੇ ਨਗਰ ਵਾਲਿਆਂ ਨੇ ਬੜਾ ਸਤਿਕਾਰ ਕੀਤਾ, ਅਦਬ ਕੀਤਾ। ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਨੇ। ਅਤੇ ਜਿਹੜੇ ਸਾਧ ਸੰਗਤ ਜਿਸ ਪਿੰਡ 'ਚੋਂ ਛੱਡ ਕੇ ਆਏ ਨੇ, ਉਹ ਪਿੰਡ ਵਾਲੇ ਸਾਰੇ ਇਕੱਠੇ ਹੋਏ। ਅਤੇ ਇਕੱਠੇ ਹੋ ਕਰਕੇ ਉਹਨਾਂ ਸੋਚਿਆ ਕਿ ਸਾਰੇ ਪਿੰਡਾਂ ਦੇ ਵਿੱਚ ਸਾਰੇ ਪਿੰਡ ਦੇ ਨਗਰ ਵਾਸੀਆਂ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਅਦਬ ਕੀਤਾ ਹੈ, ਅਤੇ ਸਾਥੋਂ ਇਹ ਬਦਸਲੂਕੀ ਹੋਈ ਹੈ ਭੁੱਲ ਭੁਲੇਖੇ ਦੇ ਨਾਲ। ਅਤੇ ਆਪਾਂ ਜਾ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸੋ ਇਸ ਤਰ੍ਹਾਂ ਬੇਨਤੀ ਕਰੀਏ, ਅਰਜ਼ੋਈ ਕਰੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਭੁੱਲ ਹੋ ਗਈ ਹੈ ਜੀ, ਗਲਤੀ ਹੋ ਗਈ, ਮਾफ़ ਕਰ ਦਿਓ। ਅਤੇ ਇਸ ਤਰ੍ਹਾਂ ਇਹ ਸਾਰੇ ਪਿੰਡ ਵਾਲੇ ਇਕੱਠੇ ਹੋ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਇੱਕ ਸਾਧ ਸੰਗਤ ਜੀ ਭਾਂਡਾ ਜਿਹੜਾ ਹੈ ਘਿਓ ਦਾ ਭਰ ਕਰਕੇ, ਅਤੇ ਇੱਕ ਭੂਰਾ ਜਿਹੜਾ ਖੇਸ ਹੁੰਦੀ ਹੈ ਜਿਹੜਾ ਆਪਾਂ ਪਿੰਡਾਂ 'ਚ ਉੱਤੇ ਲੈਂਦੇ ਹਾਂ, ਉਹ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਣ ਕਰਕੇ ਇਹਨਾਂ ਨੇ ਰੱਖਿਆ ਹੈ। ਅਤੇ ਬੇਨਤੀ ਕਰ ਰਹੇ ਨੇ, ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਲੈਣਾ ਕਰੋ ਜੀ। ਮਹਾਰਾਜ ਗੁਰ ਕਰੁਣਾ ਧਰ ਕੈ, ਇਹ ਕਿਰਪਾ ਦੇ ਖਜ਼ਾਨੇ ਆਪ ਜੀ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ। ਸਤਿਗੁਰੂ ਜੀ ਸਾਰੀਆਂ ਭੁੱਲਾਂ ਨੂੰ ਮੁਆਫ ਕਰਨ ਵਾਲੇ ਹੋ। ਮਹਾਰਾਜ ਕਿਰਪਾ ਧਾਰਨ ਕਰੋ ਜੀ। ਪੂਰਾ ਭੂਰ ਘਟਾ ਕ੍ਰਿਤ ਲੀਨਾ, ਇਸ ਤਰ੍ਹਾਂ ਸਾਧ ਸੰਗਤ ਜੀ ਭਾਂਡਾ ਇੱਕ ਘਿਓ ਦਾ ਭਰਿਆ ਹੋਇਆ, ਅਤੇ ਭੂਰਾ ਖੇਸ ਜਿਹੜਾ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਲੈ ਕਰਕੇ ਆਏ ਹਨ। ਬਖਸ਼ਨ ਕਰੇ ਦੇਖ ਕੈ ਦੀਨਾ, ਜਦੋਂ ਬਹੁਤਾਂ ਸਾਧ ਸੰਗਤ ਜੀ ਨਿਮਰਤਾ ਦੇ ਸਹਿਤ ਹੋ ਕਰਕੇ ਘਿਘਿਆ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਡਿੱਗ ਪਏ, ਮੁਆਫੀਆਂ ਮੰਗੀਆਂ, ਉਦੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਬਖਸ਼ਿਸ਼ਾਂ ਦੇ ਘਰ ਦੇ ਵਿੱਚ ਆ ਕਰਕੇ ਉਹਨਾਂ ਦੀ ਗਲਤੀ ਨੂੰ ਮੁਆਫ ਕਰਨਾ ਕੀਤਾ ਹੈ। ਕੁਲ ਬਰਖੇ ਸਿਆਨ ਕੀ ਜੇਤੀ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਜਿਹੜੇ ਝਗੜੇ ਫਸਾਦ ਕਰਨ ਵਾਲਿਆਂ ਦੀ ਕੁਲ ਹੈ ਨਾ, ਕਰਨੀ ਹੁਤੀ ਉਖਾੜਨ ਤੇਤੀ, ਕਹਿੰਦੇ ਅਸੀਂ ਬਚਨ ਕਰਨਾ ਸੀ ਵੀ ਸਾਰੇ ਪਿੰਡ ਜਿਹੜਾ ਹੈ, ਸਾਰੇ ਪਿੰਡ ਵਾਲਿਆਂ ਦੀ ਕੁਲ ਜਿਹੜੀ ਉਹ ਨਾਸ ਹੋ ਜਾਣੀ ਸੀ। ਇਹ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਬਚਨ ਨੇ। ਜਿਹੜੇ ਸੇਵਾ ਕਰਦਾ ਹੈ, ਭਾਵਨਾ ਰੱਖਦਾ ਹੈ, ਉਹ ਸਾਧ ਸੰਗਤ ਜੀ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ। ਅਤੇ ਜਿਹੜੇ ਸੰਤਾਂ ਮਹਾਂਪੁਰਖਾਂ ਦੇ ਨਾਲ ਮਸ਼ਕਰੀ ਕਰਦੇ ਨੇ, ਸੰਤਨ ਸੇਤੀ ਮਸ਼ਕਰੀ ਕੁਲ ਡੋਬਨ ਕੀ ਰੀਤ, ਕੁਲਾਂ ਜਿਹੜੀਆਂ ਨੇ ਗਰਕ ਜਾਂਦੀਆਂ ਨੇ ਕੁਲਾਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਅਸੀਂ ਤੁਹਾਡੇ ਨਗਰ ਨੂੰ ਪਿੱਠ ਕਰਕੇ ਚੱਲੇ ਸਾਂ, ਕਹਿੰਦੇ ਤੁਹਾਡੇ ਨਗਰ ਦਾ ਸਾਰਿਆਂ ਦਾ ਕੁੱਲ ਜਿਹੜਾ ਹੈ ਨਾ, ਕੁੱਲ ਸਾਰਿਆਂ ਦੀ ਕੁੱਲ ਤੁਹਾਡੀ ਨਾਸ ਹੋ ਜਾਣੀ ਸੀ। ਅਬ ਤੁਮ ਆਨ ਮਿਲੇ ਗਿਆਏ, ਕਹਿੰਦੇ ਹੁਣ ਤੁਸੀਂ ਆਣ ਕਰਕੇ ਨਾ ਮਿਲ ਕਰਕੇ ਬੇਨਤੀ ਕਰਕੇ ਇਹ ਆਪਣੀ ਭੁੱਲ ਜਿਹੜੀ ਹੈ ਤੁਸੀਂ ਬਖਸ਼ਾਈ ਹੈ। ਬਦਹ ਨਾ ਬੰਸ ਨਾ ਹੋਏ ਸਮੁਦਾਇ, ਪਰ ਤੁਸੀਂ ਪਹਿਲਾਂ ਇਹ ਖਤਾ ਕੀਤੀ ਹੈ, ਗਲਤੀ ਕੀਤੀ ਹੈ, ਅਤੇ ਜਿਹੜੀ ਗਲਤੀ ਹੋਈ ਹੈ ਬੀਜ ਰੂਪ ਜਿਹੜਾ ਕਰਮ ਹੁੰਦਾ ਹੈ ਉਹ ਕਦੀ ਨਾਸ ਨਹੀਂ ਜੇ ਹੁੰਦਾ। ਜੋ ਆਪਾਂ ਬੀਜ ਰੂਪ ਕਰਮ ਕਰਦੇ ਹਾਂ ਨਾ, ਉਹ ਸਾਧ ਸੰਗਤ ਜੀ ਭੋਗਣਾ ਹੀ ਪੈਂਦਾ ਹੈ। ਇਸ ਕਰਕੇ ਬੀਜ ਫਲੀਭੂਤ ਹੋ ਜਾਵੇ ਫਿਰ ਤਾਂ ਬਹੁਤ ਵੱਡੇ ਦੁੱਖ ਵਿੱਚ ਪ੍ਰਗਟ ਹੁੰਦਾ ਹੈ, ਪਰ ਜਿਹੜਾ ਬੀਜ ਹੁੰਦਾ ਹੈ ਨਾ, ਉਹਨੂੰ ਸਾਧ ਸੰਗਤ ਜੀ ਕੋਈ ਵੀ ਮੇਟਣ ਵਿੱਚ ਸਮਰੱਥ ਨਹੀਂ। ਇਸ ਕਰਕੇ ਜੋ ਅਸੀਂ ਬੀਜਾਂਗੇ, ਜਿਹੋ ਜਿਹੇ ਅਸੀਂ ਕਰਮ ਕਰਾਂਗੇ, ਉਹੋ ਜਿਹਾ ਸਾਨੂੰ ਫਲ ਭੋਗਣਾ ਹੀ ਪਵੇਗਾ। ਇਸ ਕਰਕੇ ਮਹਾਭਾਰਤ ਦੇ ਵਿੱਚ ਵੀ ਇੱਕ ਛੋਟਾ ਜਿਹਾ ਪ੍ਰਕਰਨ ਆਉਂਦਾ ਹੈ। ਧ੍ਰਿਤਰਾਸ਼ਟਰ ਕਹਿੰਦਾ ਕ੍ਰਿਸ਼ਨ ਨੂੰ, ਕਹਿੰਦੇ ਮਹਾਰਾਜ ਭਗਵਾਨ ਜੀ ਮੈਨੂੰ 100 ਜਨਮਾਂ ਦਾ ਗਿਆਨ ਹੈ,
100 ਜਨਮਾਂ ਦਾ ਮੈਨੂੰ ਗਿਆਨ ਹੈ। 100 ਜਨਮਾਂ ਵਿੱਚ ਮੈਂ ਕੋਈ ਪਾਪ ਨਹੀਂ ਕੀਤਾ, ਇੱਕ ਵੀ ਪਾਪ ਨਹੀਂ ਕੀਤਾ। ਤੇ ਤੁਸੀਂ ਦੱਸਣਾ ਕਰੋ ਕਿ ਮੇਰਾ 100 ਬੱਚਾ ਮਹਾਭਾਰਤ ਦੇ ਜੰਗ ਵਿੱਚ ਕਿਉਂ ਮਰਿਆ ਤੇ ਮੈਂ ਅੰਨਾ ਕਿਉਂ ਹੋਇਆ। ਤੇ ਕ੍ਰਿਸ਼ਨ ਜੀ ਕਹਿਣ ਲੱਗੇ ਮੁਸਕਰਾ ਕੇ, ਕਹਿੰਦੇ ਤੈਨੂੰ 100 ਜਨਮਾਂ ਦਾ ਤਾਂ ਗਿਆਨ ਤਾਂ ਹੈ, ਪਰ ਤੈਨੂੰ 101ਵੇਂ ਜਨਮਾਂ ਦਾ ਗਿਆਨ ਨਹੀਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਰੇਕ ਦੀ ਸਾਧ ਸੰਗਤ ਜੀ ਲਿਮਿਟ ਹੁੰਦੀ ਹੈ। ਜਿੰਨਾ ਕੁ ਕੋਈ ਨਾਮ ਜਪਦਾ ਉਹਦੀ ਉਨੀ ਕੁ ਲਿਮਿਟ ਹੁੰਦੀ ਹੈ। ਹਰੇਕ ਜਿੰਨੇ ਵੀ ਦੇਵੀ ਦੇਵਤੀ ਪੀਰ ਪੈਗੰਬਰ ਨੇ ਸਾਰਿਆਂ ਦੀ ਲਿਮਿਟ ਹੁੰਦੀ ਹੈ, ਪਰ ਅਕਾਲ ਪੁਰਖ ਵਾਹਿਗੁਰੂ ਉਹ ਸਾਧ ਸੰਗਤ ਜੀ ਇਨਫਿਨਿਟ, ਉਹਦੀ ਕੋਈ ਸੀਮਾ ਨਹੀਂ। ਇਸ ਕਰਕੇ ਤਾਂ ਸਾਧ ਸੰਗਤ ਜੀ ਬਾਣੀ ਕਹਿੰਦੀ ਹੈ ਅਨੰਤ ਕਲਾਲੇ ਠਾਕੁਰ ਚੜਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬੇਅੰਤ ਕਲਾਵਾਂ ਬੇਅੰਤ ਸ਼ਕਤੀਆਂ ਲੈ ਕਰਕੇ ਸੰਸਾਰ ਦੇ ਵਿੱਚ ਪ੍ਰਗਟ ਹੋਏ ਨੇ। ਇਸ ਕਰਕੇ ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਮਹਾਰਾਜ ਨਾਲੋਂ ਵੱਡਾ ਕੋਈ ਦੇਵ ਦੇਵਤਾ ਨਹੀਂ। ਇਹ ਸਾਧ ਸੰਗਤ ਜੀ ਕਿਸੇ ਦੀ ਨਿੰਦਿਆ ਨਹੀਂ ਹੈ, ਕਿਸੇ ਨੂੰ ਛੋਟਾ ਵਿਖਾਉਣ ਵਾਲੀ ਗੱਲ ਨਹੀਂ ਹੈ। ਸਾਰੇ ਆਪੋ ਆਪਣੇ ਥਾਂ 'ਤੇ ਸਤਿਕਾਰਯੋਗ ਨੇ, ਪਰ ਸੱਚੀ ਮੁੱਚੀ ਮਹਾਰਾਜ ਸੱਚੇ ਪਾਤਸ਼ਾਹ ਇਹ ਸੱਚ ਗੱਲ ਹੈ। ਸੱਚ ਸਾਧ ਸੰਗਤ ਜੀ ਝੂਠ ਨਹੀਂ ਕਹਿ ਸਕਦੇ ਆਪਾਂ, ਇਹ ਸੱਚੀ ਗੱਲ ਹੈ। ਕਿਉਂਕਿ ਅਨੰਤ ਖਲਾਲ ਠਾਕੁਰ ਚੜਿਆ, ਅਨੰਤ ਬੇਅੰਤ ਕਲਾਵਾਂ ਬੇਅੰਤ ਸ਼ਕਤੀਆਂ ਅਸੀਮ ਸ਼ਕਤੀਆਂ ਲੈ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੰਸਾਰ ਵਿੱਚ ਪ੍ਰਗਟ ਹੋਏ ਨੇ। ਰਹੋ ਵਿਚਾਰ। ਤੇ ਇਸ ਤਰ੍ਹਾਂ ਸਾਧ ਸੰਗਤ ਬੀਜ ਰੂਪ ਜਿਹੜੇ ਕਰਮ ਹੁੰਦੇ ਨੇ ਨਾ, ਉਹ ਭੋਗਣੇ ਹੀ ਪੈਂਦੇ ਨੇ। ਕ੍ਰਿਸ਼ਨ ਕਹਿੰਦੇ ਤੁਹਾਨੂੰ 101ਵੇਂ ਜਨਮ ਦਾ ਗਿਆਨ ਨਹੀਂ। 101ਵੇਂ ਜਨਮ ਦੇ ਵਿੱਚ ਤੁਸੀਂ ਰਾਜਾ ਸੀ, ਤੇ ਰਾਜ ਭਾਗ ਭੋਗਦਿਆਂ ਹੋਇਆਂ ਸ਼ਿਕਾਰ ਖੇਡਣ ਵਾਸਤੇ ਜਦੋਂ ਤੁਸੀਂ ਗਏ ਦਰਖਤ 'ਤੇ ਕੀ ਵੇਖਿਆ? 2 ਹੰਸਾਂ ਦਾ ਜੋੜਾ ਵੇਖਿਆ। ਤੁਸੀਂ ਤੀਰ ਮਾਰ ਕਰਕੇ ਉਸ ਹੰਸ ਦੀਆਂ ਅੱਖਾਂ ਖਰਾਬ ਕੀਤੀਆਂ ਨੇ, ਨਾਸ ਕਰ ਦਿੱਤੀਆਂ ਨੇ। ਤੇ ਫਿਰ ਉਸ ਹੰਸ ਦੇ 100 ਆਂਡੇ ਸਨ, ਉਹ ਆਂਡੇ ਤੁਸੀਂ ਆਪ ਘਰ ਵਿੱਚ ਲਿਆ ਕਰਕੇ ਖਾਧੇ ਨੇ, ਜਿਹਦੇ ਕਰਕੇ ਤੁਹਾਨੂੰ ਇਹ ਦੁੱਖ ਜਿਹੜਾ ਹੈ ਇਸ ਜਨਮ ਦੇ ਵਿੱਚ ਤੁਹਾਨੂੰ ਭੋਗਣਾ ਪਿਆ। ਜੋ ਵੀ ਅਸੀਂ ਕਰਮ ਕਰਦੇ ਹਾਂ ਸਾਨੂੰ ਭੋਗਣਾ ਹੀ ਪਵੇਗਾ। ਬਾਣੀ ਦਾ ਫਰਮਾਨ ਹੈ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ। ਕੋਈ ਭਾਈ ਕਿਸੇ ਦੀ ਜ਼ਿੰਮੇਵਾਰੀ ਚੁੱਕਦਾ ਨਹੀਂ ਗਾ। ਪਰਲੋਕ ਦੇ ਵਿੱਚ ਜੇ ਸੱਜੇ ਹੱਥ ਨੇ ਮਾੜਾ ਕੰਮ ਕੀਤਾ ਤੇ ਦੁੱਖ ਵੀ ਸੱਜੇ ਹੱਥ ਨੂੰ ਹੀ ਭੋਗਣਾ ਪਵੇਗਾ। ਇਹ ਕਰ ਕਹਿੰਦੇ ਨੇ ਹੱਥ ਨੂੰ, ਇਹ ਕਰ ਕਰੇ ਸੋ ਇਹ ਕਰ ਪਾਏ। ਜਿਹੜਾ ਹੱਥ ਪਾਪ ਕਰਦਾ ਉਸ ਹੱਥ ਨੂੰ ਦੁੱਖ ਭੋਗਣੇ ਪੈਣਗੇ। ਇਸ ਤਰ੍ਹਾਂ ਸਾਧ ਸੰਗਤ ਜੀ ਬੀਜ ਰੂਪ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਕਹਿੰਦੇ ਨੇ ਤੁਸੀਂ ਪਾਪ ਤਾਂ ਕੀਤਾ ਹੈ। ਇਹ ਬਦਸਲੂਕੀ ਜਿਹੜੀ ਹੈ ਗੁਰੂ ਕੇ ਸੇਵਾਦਾਰਾਂ ਦੇ ਨਾਲ, ਇਹ ਗਲਤੀ ਤੁਸੀਂ ਕੀਤੀ ਹੈ, ਜਿਹਦੇ ਕਰਕੇ ਤੁਹਾਡੀ ਕੁੱਲ ਜਿਹੜੀ ਹੈ ਬਹੁਤਾ ਵਧੇਗੀ ਨਹੀਂ, ਬਹੁਤਾ ਫੁੱਲੇਗੀ ਨਹੀਂ। ਅਲਪ ਰਹਿ ਗੋ ਬੰਸ ਤੁਮਾਰੋ, ਤੁਹਾਡਾ ਬੰਸ ਜਿਹੜਾ ਹੈ ਤੁਹਾਡੀ ਕੁੱਲ ਜਿਹੜੀ ਹੈ ਬਹੁਤ ਛੋਟੀ ਰਹਿ ਜਾਵੇਗੀ ਆਉਣ ਵਾਲੇ ਸਮੇਂ ਵਿੱਚ। ਰਾਰ ਕਰਤ ਹੋਏ ਸੂਰ ਕਰਾਰੋ, ਪਰ ਤੁਸੀਂ ਗੁਰੂ ਦੇ ਸ਼ਰਨ ਵਿੱਚ ਆਏ ਹੋ, ਇਸ ਕਰਕੇ ਜੋ ਵੀ ਤੁਹਾਡੇ ਕੁੱਲ ਵਿੱਚ ਹੋਵੇਗਾ ਬੜਾ ਸੂਰਮਾ ਹੋਵੇਗਾ, ਬੜਾ ਬਲੀ ਹੋਵੇਗਾ, ਸ਼ਕਤੀਸ਼ਾਲੀ ਹੋਵੇਗਾ ਸੰਸਾਰ ਵਿੱਚ। ਜੈਸੇ ਅਗਨ ਜੋਤ ਬਿਤ ਗਏ, ਜਿਵੇਂ ਬਹੁਤ ਜ਼ਿਆਦਾ ਅੱਗ ਦੇ ਭਾਂਬੜ ਜੇ ਸ਼ਾਂਤ ਹੋ ਜਾਣ। ਰਹਿ ਥੋੜੀ ਪਾਛੇ ਸੋ ਧੁਕਾਏ, ਜਿਹੜੀ ਸਾਸੰਗ ਚੁੱਲ੍ਹੇ ਦੇ ਵਿੱਚ ਅੱਗ ਮੱਧਮ ਪੈ ਜਾਵੇ ਤੇ ਥੋੜੀ ਥੋੜੀ ਅੱਗ ਜਿਹੜੀ ਹੈ ਧੁਖਦੀ ਰਹਿੰਦੀ ਹੈ। ਇਸੇ ਤਰ੍ਹਾਂ ਹੀ ਤੁਹਾਡੀ ਕੁੱਲ ਜਿਹੜੀ ਹੈ ਥੋੜੀ ਰਹਿ ਜਾਵੇਗੀ ਸੰਸਾਰ ਵਿੱਚ। ਤੈਸੇ ਕੁੱਲ ਤੁਮਰੀ ਜਗ ਰਹਾ, ਇਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਬਚਨ ਕਰ ਰਹੇ ਨੇ, ਕਹਿੰਦੇ ਤਿਵੇਂ ਹੀ ਤੁਹਾਡੀ ਕੁੱਲ ਜਿਹੜੀ ਹੈ ਥੋੜੀ ਰਹਿ ਜਾਵੇਗੀ ਸੰਸਾਰ। ਤੁਸੀਂ ਸਾਡੀ ਸ਼ਰਨ ਵਿੱਚ ਆਏ ਹੋ, ਇਸ ਕਰਕੇ ਤੁਹਾਡੇ ਕੁੱਲ ਵਿੱਚ ਇਹੋ ਜਿਹੇ ਸੂਰਮੇ ਪੈਦਾ ਹੋਣਗੇ ਜਿਹੜੇ ਕਦੇ ਵੀ ਜੰਗੇ ਮੈਦਾਨ ਦੇ ਵਿੱਚ ਪਿੱਠ ਨਹੀਂ ਕਰਨਗੇ, ਅੱਗੇ ਹੋ ਕਰਕੇ ਲੜ ਮਰਨਗੇ। ਕੁੱਲ ਗੁੱਲ ਗੁੱਲੀਆਨ ਕੀ ਜੋਏ, ਜਿਹੜੀ ਸਾਧ ਸੰਗਤ ਜੀ ਕੁੱਲ ਹੈ ਨਾ ਗੁਲਿਆਣਾ ਦੀ, ਜੇਕਰ ਪੰਜ ਵੀਰ ਨਰ ਹੋਏ, ਜਿਹੜੇ ਉਹਨਾਂ ਦੇ ਵਿੱਚ ਸਾਧ ਸੰਗਤ ਜੀ ਮਨੁੱਖ ਪੈਦਾ ਹੋਣਗੇ। ਸੰਗ ਸਿੱਧੂਵਨ ਅਰਤੇ ਨਰ ਸੋ, ਹੋਰ ਜਿਹੜੇ ਤੁਹਾਡੇ
ਜਮਾਤਾਂ ਵਿੱਚ ਜਿਹੜੇ ਸਿੱਧੂ ਗੋਤ ਵਾਲੇ ਹੋਣਗੇ ਭੈ ਕਰ ਭਾਜਨ ਕਬ ਹੈ ਨਾ ਚਾਹੋ। ਉਹ ਕਦੇ ਵੀ ਪਿੱਠ ਵਿਖਾ ਕਰਕੇ ਜੰਗੇ ਮੈਦਾਨ ਚੋਂ ਭੱਜਣਗੇ ਨਹੀਂ। ਇਸ ਪ੍ਰਕਾਰ ਬਖਸ਼ੇ ਨਰ ਸੋਏ। ਇਸ ਤਰ੍ਹਾਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਸ਼ਰਨ ਆਏ ਦੀ ਲਾਜ ਰੱਖਣ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਸਾਧ ਸੰਗਤ ਜ਼ਿਮੀਦਾਰਾਂ ਦੇ ਤਾਈਂ ਬਖਸ਼ਿਸ਼ਾਂ ਕੀਤੀਆਂ ਹਨ। ਮਾਨਨ ਲਗੇ ਆਨ ਸਭ ਕੋਏ। ਸਾਰੀਆਂ ਸਿੱਖ ਸੰਗਤਾਂ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਚਰਨ ਸ਼ਰਨ ਵਿੱਚ ਆ ਕਰਕੇ ਮੱਥਾ ਟੇਕਦੀਆਂ ਹਨ। ਦੇਹੇ ਉਪਾਇਨ ਬਿਨੈ ਸੁਨਾਵਹਾਂ। ਬੇਨਤੀਆਂ ਕਰਦੀਆਂ ਨੇ। ਸਾਰੀਆਂ ਸੰਗਤਾਂ ਆਣ ਕਰਕੇ ਅਰਦਾਸਾਂ ਕਰਦੀਆਂ ਹਨ। ਦੋਵੇਂ ਹੱਥ ਜੋੜ ਕਰਕੇ ਅਰਜ਼ੋਈਆਂ ਕਰ ਰਹੇ ਹਨ ਤੇ ਸਾਧ ਸੰਗਤ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਉਪਾਇਨ ਭਾਵ ਭੇਟਾਵਾਂ ਅਰਪਣ ਹੋ ਰਹੀਆਂ ਹਨ। ਕੇਤਿਕ ਮਨ ਬਾਂਛਤ ਫਲ ਪਾਵਹਾਂ। ਜਿਹੜੇ ਬਹੁਤਾ ਪਿਆਰ ਨਾਲ, ਸ਼ਰਧਾ ਨਾਲ, ਭਾਵਨਾ ਨਾਲ, ਸਮਰਪਣ ਦੇ ਭਾਵਨਾ ਨਾਲ ਗੁਰੂ ਦੇ ਦਰਬਾਰ ਵਿੱਚ ਆਉਂਦੇ ਨੇ, ਉਹਨਾਂ ਦੀਆਂ ਮਨੋਕਾਮਨਾਵਾਂ ਗੁਰੂ ਮਹਾਰਾਜ ਪੂਰੀਆਂ ਕਰ ਦਿੰਦੇ ਹਨ। ਧਨ ਅਰ ਧਾਨ ਆਏ ਅਧਿਕਾਏ। ਧਨ ਵੀ ਤੇ ਧਨ ਪਦਾਰਥ ਵੀ ਘਰਾਂ ਦੇ ਵਿੱਚ ਸਾਧ ਸੰਗਤ ਜਿਸ ਤਰ੍ਹਾਂ ਧਰਮ ਅਰਥ ਕਾਮ ਮੋਖ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜਾ ਕੋਈ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਦੇ ਵਿੱਚ ਆਵੇਗਾ। ਹਿਤ ਉਪਕਾਰ ਗੁਰੂ ਸੋ ਲਾਏ। ਬਹੁਤਾ ਪ੍ਰੇਮ ਜਿਹੜਾ ਗੁਰੂ ਨਾਲ ਕਰੇਗਾ ਨਾ, ਜਿਹੜਾ ਗੁਰੂ ਦੇ ਨਿਤਨੇਮ ਨੂੰ ਸਾਧ ਸੰਗਤ ਜੀ ਹਿਰਦੇ ਨਾਲ ਹਮੇਸ਼ਾ ਕਦੇ ਵੀ ਨਾਗਾ ਨਹੀਂ ਪਾਵੇਗਾ। ਹਮੇਸ਼ਾ ਅੰਮ੍ਰਿਤ ਵੇਲੇ ਉੱਠਦੇ ਨੇ। ਉਹਨਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਚਲ ਹੈ ਦੇਗ ਭੋਜਨ ਹੋਏ ਘਨੋ। ਇਸ ਤਰ੍ਹਾਂ ਸਾਧ ਸੰਗਤ ਜੀ ਰਾਤਰੀ ਹੋ ਆਈ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਭੋਜਨ ਕਰਨਾ ਕੀਤਾ ਹੈ। ਨਿਸ ਦਿਨ ਮਹਿ ਇੱਕ ਰਸ ਨਿਰਪ ਮਨੋ। ਮਹਾਰਾਜ ਸੱਚੇ ਪਾਤਸ਼ਾਹ ਰਾਤ ਦਿਨ ਗੁਰੂ ਘਰ ਦੇ ਵਿੱਚ ਲੰਗਰ ਚੱਲ ਰਿਹਾ ਹੈ। ਸੰਗਤਾਂ ਜਿਹੜੀਆਂ ਨੇ ਆਣ ਕਰਕੇ ਭੋਜਨ ਕਰਦੀਆਂ ਹਨ। ਛੁਦਤ ਨਗਨ ਕੋ ਚਲ ਆਏ। ਜਿਹੜਾ ਕੋਈ ਭੁੱਖਾ ਹੋਵੇ, ਨੰਗਾ ਹੋਵੇ, ਉਹ ਵੀ ਗੁਰੂ ਘਰ ਵਿੱਚ ਆਣ ਕਰਕੇ ਬਸਤਰ ਤੇ ਭੋਜਨ ਆਦਿਕ ਦੀ ਉਸ ਨੂੰ ਪ੍ਰਾਪਤੀ ਹੁੰਦੀ ਹੈ। ਭੋਜਨ ਬਸਤਰ ਦੇਤ ਸਮੁਦਾਏ। ਸੰਗਤਾਂ ਜਿਹੜੀਆਂ ਨੇ ਗਰੀਬਾਂ ਦੀਆਂ ਸੇਵਾਵਾਂ ਕਰ ਰਹੀਆਂ ਹਨ। ਸ੍ਰੀ ਗੁਰਦੇਵ ਤਬੈ ਚਲ ਆਏ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਉਦੋਂ ਚੱਲ ਕਰਕੇ ਆਏ ਹਨ। ਗ੍ਰਾਮ ਨਾਮ ਧਮ ਧਾਨ ਬਤਾਏ। ਇਹ ਸਾਧ ਸੰਗਤ ਜੀ ਨਗਰ ਹੈ। ਇਸ ਨਗਰ ਦਾ ਨਾਮ ਧਮ ਧਾਨ ਸਾਹਿਬ ਹੈ। ਤਾਹਾਂ ਜਾਏ ਡੇਰਾ ਨਿਜ ਘਾਲੇ। ਉਥੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਆਣ ਕਰਕੇ ਡੇਰਾ ਕੀਤਾ ਹੈ। ਸਯੰਦਨ ਅਰ ਡੋਰਾ ਨਰ ਨਾਲੇ। ਜੇ ਡੋਲੇ ਨੇ ਤੇ ਰਥ ਆਦਿਕ ਨੇ, ਘੋੜੇ ਆਦਿਕ ਨੇ, ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਿਆਂ ਦੇ ਸਮੇਤ ਧਮਧਾਨ ਸਾਹਿਬ ਨਗਰ ਵਿਖੇ ਆਪਣਾ ਸਥਾਨ ਟਿਕਾਣਾ ਕੀਤਾ ਹੈ। ਸਗਰੇ ਤਹਾਂ ਉਤਰੇ ਜਬ ਆਏ। ਸਾਰੀਆਂ ਸੰਗਤਾਂ ਦੇ ਸਮੇਤ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਉਤਾਰਾ ਕੀਤਾ। ਗ੍ਰਾਮ ਵਿਖੈ ਸਭ ਹਿਨ ਸੁਧ ਪਾਏ। ਸਾਰੇ ਧਮਧਾਨ ਨਗਰ ਦੇ ਨਗਰ ਨਿਵਾਸੀ ਜਿਹੜੇ ਨੇ ਸਾਰਿਆਂ ਨੂੰ ਪਤਾ ਲੱਗਾ ਹੈ ਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਸਾਡੇ ਨਗਰ ਵਿਖੇ ਆਏ ਹਨ। ਸੁਨਿਓ ਤੋ ਜਸ ਪ੍ਰਥਮ ਵਿਸਾਲਾ। ਪਹਿਲਾਂ ਵੀ ਨਗਰ ਨਿਵਾਸੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਦਾ ਬਹੁਤਾ ਭਾਰੀ ਜਸ ਆਪਣੇ ਕੰਨੀ ਸਰਵਣ ਕੀਤਾ ਸੀ। ਲੇਕਰ ਜਾਟ ਦੁਗਧ ਤਿਸ ਕਾਲਾ। ਜਿਹੜੇ ਜ਼ਿਮੀਂਦਾਰ ਨੇ ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਹਜ਼ੂਰੀ ਵਿੱਚ ਦੁੱਧ ਲੈ ਕਰਕੇ ਇੱਕ ਆਇਆ ਹੈ। ਬਾਸਨ ਭਰ ਕਰ ਲੈ ਤਬ ਆਇਓ। ਇੱਕ ਜ਼ਿਮੀਂਦਾਰ ਬਾਲਟੀ ਭਰ ਕੇ ਦੁੱਧ ਦੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਦੁੱਧ ਭੇਟਾ ਕਰਨ ਵਾਸਤੇ ਆਇਆ ਹੈ। ਗੁਰ ਆਗੈ ਧਰ ਸੀਸ ਨਿਵਾਇਓ। ਗੁਰੂ ਮਹਾਰਾਜ ਦੇ ਅੱਗੇ ਦੁੱਧ ਦੀ ਬਾਲਟੀ ਰੱਖ ਕਰਕੇ ਉਸਨੇ ਸੀਸ ਨਿਵਾਉਣਾ ਕੀਤਾ, ਮੱਥਾ ਟੇਕਿਆ ਹੈ। ਸਮੁਖ ਬੈਠ ਦਰਸ਼ਨ ਕੋ ਦੇਖਾ। ਅੱਗੇ ਹੋ ਕਰਕੇ ਬੈਠ ਕਰਕੇ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਕਰ ਰਿਹਾ ਹੈ। बीच सभा के गुर जगतेशा। ਜਗਤ ਦੇ ਮਾਲਕ, ਜਗਤ ਨੂੰ ਸਾਧ ਸੰਗਤ ਜੀ ਪਾਲਣਾ ਕਰਨ ਵਾਲੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਬੀਚ ਸਭਾ ਵਿੱਚ ਬੈਠ ਕਰਕੇ ਗੁਰੂ ਸਾਹਿਬ ਜੀ ਦੇ ਜੱਟ ਜ਼ਿਮੀਦਾਰ ਜਿਹੜਾ ਹੈ ਦਰਸ਼ਨ ਕਰ ਰਿਹਾ ਹੈ। ਕਹਿਓ ਦੇਖ ਕਰ ਦੁਗਤ ਜੋ ਆਨਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਵੇਖਿਆ ਕਿ ਇੱਕ ਜ਼ਿਮੀਦਾਰ ਦੁੱਧ ਦੀ ਬਾਲਟੀ ਲੈ ਕਰਕੇ ਆਇਆ ਹੈ
ਤੇ ਜਦੋਂ ਸਾਧ ਸੰਗਤ ਦੁੱਧ ਦੀ ਬਾਲਟੀ ਵੱਲ ਵੇਖਿਆ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹੋ ਜਾਨੋ ਹੈ ਸ਼੍ਰੋਣ ਸਮਾਨਾ। ਕਹਿੰਦੇ ਭਾਈ ਇਹ ਤੂੰ ਕੀ ਲੈ ਕਰਕੇ ਆਇਆ ਹੈ? ਇਹ ਤਾਂ ਸਾਡੀ ਨਿਗਾਹ ਦੇ ਵਿੱਚ ਇਹ ਤਾਂ ਤੂੰ ਲਹੂ ਲੈ ਕਰਕੇ, ਖੂਨ ਲੈ ਕਰਕੇ ਆਇਆ ਹੈ। ਨਹੀਂ ਪਾਨ ਕੇ ਉਚਿਤ ਹਮਾਰੇ। ਕਹਿੰਦੇ ਅਸੀਂ ਇਸ ਨੂੰ ਗ੍ਰਹਿਣ ਨਹੀਂ ਕਰਾਂਗੇ, ਇਸ ਦੁੱਧ ਦੇ ਤਾਂ ਹੀ ਅਸੀਂ ਛਕਣਾ ਨਹੀਂ ਕਰਾਂਗੇ। ਲੈ ਗਮਨੋ ਨਿਜ ਸਦਨ ਮਝਾਰੇ। ਕਹਿੰਦੇ ਇਹਨੂੰ ਤੂੰ ਆਪੇ ਆਪਣੇ ਘਰ ਦੇ ਵਿੱਚ ਲੈ ਕਰਕੇ ਜਾਣਾ ਕਰ। ਸੁਨ ਰਾਹਕ ਬੋਲਿਓ ਕਰ ਜੋਰ। ਉਹ ਸਾਧ ਸੰਗਤ ਜ਼ਿਮੀਦਾਰ ਦੋਵੇਂ ਹੱਥ ਜੋੜ ਕਰਕੇ ਬੇਨਤੀ ਕਰਨ ਲੱਗਾ ਗੁਰੂ ਮਹਾਰਾਜ ਦੇ ਚਰਨਾਂ ਵਿੱਚ, ਇਹ ਤਾਂ ਦੁਗਧ ਕਛੂ ਨ ਹੈ ਔਰ। ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਤਾਂ ਦੁੱਧ ਹੈ, ਮੈਂ ਤਾਂ ਆਪ ਜੀ ਦੇ ਵਾਸਤੇ ਦੁੱਧ ਭੇਟਾ ਕਰਨ ਵਾਸਤੇ ਆਪ ਜੀ ਦੇ ਦਰਬਾਰ ਵਿੱਚ ਲੈ ਕਰਕੇ ਆਇਆ ਹਾਂ, ਹੋਰ ਤਾਂ ਇਹਦੇ ਵਿੱਚ ਕੁਝ ਹੈ ਨਹੀਂ। ਕਿਉਂ ਤਰ ਕਹੋ ਇਹ ਕੀ ਜਹ ਪਾਨਾ। हे ਗੁਰੂ ਮਹਾਰਾਜ ਕਿਸੇ ਤਰ੍ਹਾਂ ਆਪ ਜੀ ਮਨ ਵਿੱਚ ਸ਼ੰਕਾ ਨਾ ਕਰਨਾ ਕਰੋ, ਇਸ ਨੂੰ ਸ਼ੱਕ ਲੈਣਾ ਕਰੋ ਜੀ। ਮੈਂ ਆਨਿਓ ਕਰ ਪ੍ਰੇਮ ਮਹਾਨਾ। ਸਤਿਗੁਰੂ ਮਹਾਰਾਜ ਮੈਂ ਬਹੁਤਾ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ ਆਪ ਜੀ ਦੇ ਵਾਸਤੇ ਦੁੱਧ ਲੈ ਕਰਕੇ ਆਇਆ ਹਾਂ। ਸ੍ਰੀ ਗੁਰ ਕਹਿਓ ਦੁਗਧ ਕਿਸ ਕੇਰਾ। ਗੁਰੂ ਮਹਾਰਾਜ ਪੁੱਛਦੇ ਨੇ ਭਾਈ ਇਹ ਦੁੱਧ ਕਿਹਦਾ ਹੈ, ਕਿੱਥੋਂ ਲੈ ਕਰਕੇ ਆਇਆ ਹੈ? ਦੋਹੇ ਆਨਿਓ ਬਾਸਨ ਮਹਿ ਹੇਰਾ। ਕਹਿੰਦੇ ਮੈਂ ਵੇਖਿਆ ਹੈ ਤੂੰ ਬਾਲਟੀ ਵਿੱਚ ਦੁੱਧ ਲੈ ਕਰਕੇ ਆਇਆ ਹੈ, ਕਿੱਥੋਂ ਲੈ ਕਰਕੇ ਆਇਆ ਹੈ? ਰਾਹਕ ਕਹਿਓ ਮਹਿਕ ਘਰ ਮੋਹੇ। ਜ਼ਿਮੀਦਾਰ ਕਹਿਣ ਲੱਗਾ ਗੁਰੂ ਮਹਾਰਾਜ ਮੇਰੇ ਘਰ ਦੇ ਵਿੱਚ ਮੱਝ ਹੈ। ਜਿਸ ਕੋ ਬਤਸ ਮਰਿਓ ਨਹ ਹੋਏ। ਕਹਿੰਦੇ ਉਹਦੀ ਮੱਝ ਦਾ ਜਿਹੜਾ ਕੱਟਾ ਹੈ ਨਾ ਉਹ ਮਰ ਚੁੱਕਿਆ ਹੈ। ਬੈਠਣ ਦੇਤ ਨਹੀਂ ਸੋ ਤਰੇ। ਤੇ ਉਹ ਜਿਹੜੀ ਮੱਝ ਹੈ ਨਾ ਸਾਧ ਸੰਗਤ ਜੀ ਉਹ ਦੁੱਧ ਨਹੀਂ ਚੋਣ ਦਿੰਦੀ ਹੈ। ਮੂੜੀ ਦੀਨ ਗੋਡਬੋ ਕਰੇ। ਇਸ ਕਰਕੇ ਮੈਂ ਕੀ ਕੀਤਾ ਹੈ, ਮੂੜੀ ਦੇਣਾ ਕੀਤੀ ਹੈ। ਇਹ ਭਾਵ ਸਾਧ ਸੰਗਤ ਜੀ ਜਿਵੇਂ ਮੱਝ ਦੀ ਪੂੰਛ ਲੈ ਕਰਕੇ ਜਿੱਥੋਂ ਮੱਝ ਪਿਸ਼ਾਬ ਕਰਦੇ ਨੇ ਨਾ, ਉੱਥੋਂ ਸਾਧ ਸੰਗਤ ਜੀ ਪੂੰਛ ਨੂੰ ਵਾਰਦੇ ਨੇ, ਜਿਹਦੇ ਕਰਕੇ ਜੇ ਕੱਟਾ ਮਰਿਆ ਹੋਵੇ ਤੇ ਸਾਧ ਸੰਗਤ ਜੀ ਮੱਝ ਤੇ ਗਾਂ ਦੁੱਧ ਨਹੀਂ ਦਿੰਦੇ, ਤੇ ਇਸ ਕਰਕੇ ਉਹਨਾਂ ਤੋਂ ਦੁੱਧ ਜਿਹੜਾ ਚੋਇਆ ਜਾਂਦਾ ਹੈ। ਤਬ ਤਿਸ ਨੇ ਤਰ ਦੁਗਧ ਉਤਾਰਾ। ਉਦੋਂ ਫਿਰ ਉਸ ਮੱਝ ਨੇ ਦੁੱਧ ਦੇਣਾ ਕੀਤਾ ਹੈ। ਦੋਹੇ ਆਨਿਓ ਮੈਂ ਤਬ ਹੀ ਸਾਰਾ। ਉਦੋਂ ਫਿਰ ਆਪ ਜੀ ਦੇ ਵਾਸਤੇ ਭੇਟਾ ਕਰਨ ਵਾਸਤੇ ਮੈਂ ਇਹ ਦੁੱਧ ਲੈ ਕਰਕੇ ਆਇਆ ਹਾਂ। ਕਹੋ ਆਪ ਕੇ ਟਿਗ ਸਭ ਸਾਚੇ। ਇਹ ਗੁਰੂ ਮਹਾਰਾਜ ਮੈਂ ਆਪ ਜੀ ਦੇ ਚਰਨ ਸ਼ਰਨ ਵਿੱਚ ਆਇਆ ਹਾਂ, ਇਹ ਸੱਚੀ ਗੱਲ ਮੈਂ ਕਹਿ ਰਿਹਾ ਹਾਂ। ਤਬ ਸਤਿਗੁਰ ਇਮ ਗਿਰਾ ਉਬਾਚੀ। ਉਦੋਂ ਫਿਰ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਇਹ ਬਚਨ ਕਹੇ। ਬਾਂਗਰ ਕੇ ਨਰ ਅਦਕ ਕਠੋਰ। ਕਹਿੰਦੇ ਇਹ ਬਾਂਗਰ ਇਲਾਕਾ ਹੈ ਸਾਧ ਸੰਗਤ ਜੀ, ਇਹ ਬਾਂਗਰ ਇਲਾਕੇ ਦੇ ਮਨੁੱਖ ਜਿਹੜੇ ਨੇ ਨਾ ਇਹ ਬੜੇ ਕਠੋਰ ਨੇ, ਇਹ ਕਿਸੇ ਪਸ਼ੂ ਨੂੰ ਬਖਸ਼ਦੇ ਨਹੀਂ। ਕੋਜੇ ਗੋਡਾ ਦੇ ਕਰ ਜੋਰ। ਕਹਿੰਦੇ ਇਸ ਤਰ੍ਹਾਂ ਜੋ ਜ਼ਬਰਦਸਤੀ ਦੇ ਨਾਲ ਇਹ ਦੁੱਧ ਚੋਣਾ ਕਰਦੇ ਹਨ, ਪਸ਼ੂਆਂ ਨੂੰ ਪਰੇਸ਼ਾਨ ਕਰਦੇ ਹਨ, ਦੁਖੀ ਕਰਦੇ ਹਨ। ਬਾਰ ਬਾਰ ਸਮਝਾਏ ਜੋ ਤਰ ਜਹਾਂ। ਕਹਿੰਦੇ ਮੈਂ ਬਾਰ-ਬਾਰ ਇਹਨਾਂ ਇਲਾਕੇ ਵਾਸੀਆਂ ਨੂੰ ਸਮਝਾਉਂਦਾ ਹਾਂ, ਤਵਰਜਦਾ ਹਾਂ। ਸਿੱਖਿਆ ਦੇ ਵਿਕਾਰਨ ਬਰ ਜਹਾਂ। ਕਹਿੰਦੇ ਵਾਰ-ਵਾਰ ਇਹਨਾਂ ਨੂੰ ਮੈਂ ਸਿੱਖਿਆ ਦਿੰਦਾ ਹਾਂ ਵੀ ਵਿਕਾਰਾਂ ਤੋਂ ਹਟ ਜਾਣਾ ਕਰੋ, ਬੁਰੇ ਕੰਮਾਂ ਤੋਂ ਟਲ ਜਾਣਾ ਕਰੋ। ਤਉ ਸਿੱਖ ਹੋਏ ਕਿਦਉ ਇਹ ਨਾਹੀ। ਤਾਂ ਵੀ ਇਹ ਸਾਡੀ ਸਿੱਖਿਆ ਗ੍ਰਹਿਣ ਨਹੀਂ ਕਰਦੇ। ਵਾਰ-ਵਾਰ ਗੁਰੂ ਮਹਾਰਾਜ ਸਮਝਾਉਂਦੇ ਨੇ ਪਰ ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਦੇ ਉੱਤੇ ਚੱਲਦੇ ਨਹੀਂ। ਇਸ ਤਰ੍ਹਾਂ ਸਾਧ ਸੰਗਤ ਜੀ ਸਾਡੀ ਵੀ ਇਹੀ ਹਾਲਤ ਹੈ। ਵਾਰ-ਵਾਰ ਗੁਰੂ ਮਹਾਰਾਜ ਉਪਦੇਸ਼ ਕਰਦੇ ਨੇ, ਵਾਰ-ਵਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁੱਖ ਵਾਕ 'ਚੋਂ ਸਾਨੂੰ ਸ੍ਰੇਸ਼ਟ ਉਪਦੇਸ਼ ਮਿਲਦਾ ਹੈ, ਪਰ ਫਿਰ ਵੀ ਸਾਧ ਸੰਗਤ ਜੀ ਸਾਡੀ ਇਹ ਹਾਲਤ ਹੈ। ਸਤਿਗੁਰੂ ਸਾਚਾ ਕਿਆ ਕਰੇ ਜੋ ਸਿੱਖਾ ਮਹਿ ਚੂਕ, ਅੰਧੇ ਏਕ ਨ ਲਾਗਈ ਜੋ ਬਾਂਸ ਵਜਾਈਏ ਫੂਕ। ਜਿਵੇਂ ਬਾਂਸ ਦੇ ਸਾਧ ਸੰਗਤ ਜੀ ਦਰਖਤ 'ਚ ਫੂਕ ਮਾਰੀਏ ਨਾ, ਤਿਵੇਂ ਹੀ ਸਾਧ ਸੰਗਤ ਜੀ ਗੁਰੂ ਮਹਾਰਾਜ ਦਾ ਉਪਦੇਸ਼ ਇੱਕ ਕੰਨੀ ਸੁਣਦੇ ਹਾਂ ਤੇ ਦੂਜੇ ਕੰਨਾਂ 'ਚੋਂ ਕੱਢ ਕਰਕੇ ਜਿਵੇਂ ਦੇ ਆਪਾਂ ਕੱਲ੍ਹ ਸੀ ਤਿਵੇਂ ਆਪਾਂ ਅੱਜ ਹੋ ਜਾਂਦੇ ਹਾਂ। ਸਾਡੇ ਮਨਾਂ ਵਿੱਚ ਥੋੜ੍ਹਾ ਜਿੰਨਾ ਵੀ ਕੋਈ ਫਰਕ ਨਹੀਂ, ਥੋੜ੍ਹਾ ਜਿੰਨਾ ਵੀ ਚੇਂਜ ਨਹੀਂ, ਥੋੜ੍ਹੇ ਵੀ ਗੁਣ ਅਸੀਂ ਗੁਰੂ ਘਰ ਵਿੱਚ ਆਣ ਕਰਕੇ ਗ੍ਰਹਿਣ ਨਹੀਂ ਕਰਦੇ। ਜਿਵੇਂ ਜੀ ਜ਼ਿੰਦਗੀ ਬਤੀਤ ਹੋ ਰਹੀ ਹੈ ਤਿਵੇਂ ਹੀ ਆਪਾਂ ਬਤੀਤ ਕਰ ਰਹੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਦਾ ਉਪਦੇਸ਼ ਤਾਂ ਸਾਧ ਸੰਗਤ ਜੀ ਕੰਧਾਂ ਦੇ ਉੱਤੇ ਵੀ ਲਿਖਿਆ ਹੋਇਆ ਹੈ।
ਬੱਸਾਂ ਦੇ ਉੱਤੇ, ਟਰਾਲੀਆਂ ਦੇ ਉੱਤੇ ਬਾਣੀ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਹਨ, ਪਰ ਫਿਰ ਵੀ ਹਿਰਦਾ ਜਿਹੜਾ ਹੈ ਉਹ ਸਾਧ ਸੰਗਤ ਜੀ ਮੂਧਾ ਹੋਇਆ ਹੈ, ਮਨਮੁਖ ਹੋ ਕਰਕੇ ਬੈਠਾ ਹੈ। ਬਾਣੀ ਦੀ ਪੰਕਤੀਆਂ ਜਿਹੜੀਆਂ ਨੇ ਹਿਰਦੇ ਵਿੱਚ ਵਸਦੀਆਂ ਨਹੀਂ। ਸੁਣਦੇ ਆ, ਵੇਖਦੇ ਆ, ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ। ਤੇ ਗਾ ਲਿਆ, ਸੁਣ ਲਿਆ, ਬੜਾ ਆਨੰਦ ਆਇਆ ਜੀ। ਕੀਰਤਨ ਸੁਣਿਆ, ਬੜਾ ਆਨੰਦ ਆਇਆ ਜੀ। ਕਥਾ ਵਿੱਚ ਬੜਾ ਆਨੰਦ ਆਇਆ ਜੀ। ਪਰ ਸਾਧ ਸੰਗਤ ਜੀ ਗਾਏ ਸੁਣੇ ਆਖੇ ਮੀਚੇ, ਧਿਆਨ ਵੀ ਲਾ ਦਿੰਦੇ ਅੱਖਾਂ ਮੀਟ ਕਰਕੇ। ਪਰ ਸਾਧ ਸੰਗਤ ਜੀ ਜਿੰਨਾ ਚਿਰ ਗੁਰੂ ਦਾ ਉਪਦੇਸ਼ ਆਪਾਂ ਕਮਾਉਂਦੇ ਨਹੀਂ, ਜਿੰਨਾ ਚਿਰ ਅਸੀਂ ਗੁਰੂ ਦੇ ਉਪਦੇਸ਼ ਨੂੰ ਅਮਲੀ ਜਾਮਾ ਨਹੀਂ ਪਹਿਨਾਉਂਦੇ, ਉਹਨਾਂ ਚਿਰ ਸਾਧ ਸੰਗਤ ਜੀ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਨਹੀਂ ਜੇ ਹੋਣ ਲੱਗੀਆਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਕਹਿੰਦੇ ਨੇ, ਬਾਂਗਰ ਇਲਾਕੇ ਦੇ ਲੋਕਾਂ ਨੂੰ ਮੈਂ ਬਹੁਤ ਤਰ੍ਹਾਂ ਦੀਆਂ ਸਿੱਖਿਆ ਦਿੱਤੀਆਂ ਨੇ, ਪਰ ਇਸ ਇਲਾਕੇ ਦੇ ਲੋਕ ਜਿਹੜੇ ਨੇ ਬੜੇ ਕਠੋਰ ਹਨ। ਅਸ ਬਿਦ ਬਾਂਗਰ ਦੇਸ ਕੇ ਮਾਹੀ। ਇਸ ਤਰ੍ਹਾਂ ਹੀ ਬਾਂਗਰ ਇਲਾਕੇ ਦੇ ਜਿਹੜੇ ਲੋਕ ਹਨ, ਦੁਗਧ ਹਟਾਏ ਦੀਨ ਕਹਿ ਐਸੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਬਚਨ ਕਰਕੇ ਉਹ ਜਿਹੜੇ ਦੁੱਧ ਦੀ ਬਾਲਟੀ ਸੀ ਉਹ ਪਰੇ ਸਾਸੰਜ ਕਰ ਦਿੱਤੀ ਹੈ। ਤੇਰਾ ਟਿਕਿਓ ਗੁਰੂ ਕਹੋ ਤੈਸੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਸਥਾਨ ਤੇ ਤਮਧਾਨ ਸਾਹਿਬ ਵਿਖੇ ਡੇਰਾ ਕਰਨਾ ਕੀਤਾ ਹੈ। ਦੇਗ ਵਿਸ਼ਾਲ ਨਿਤਾ ਪ੍ਰਤ ਹੋਏ। ਰਾਤ ਦਿਨ ਗੁਰੂ ਘਰ ਦੇ ਵਿੱਚ ਲੰਗਰ ਦੀ ਸੇਵਾ ਚੱਲ ਰਹੀ ਹੈ। ਆਏ ਜਾਏ ਅਚ ਵਹ ਸਭ ਕੋਏ। ਜਿਹੜੀ ਸੰਗਤ ਆ ਰਹੀ ਹੈ ਉਹ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਆਣ ਕਰਕੇ ਲੰਗਰ ਛਕ ਕਰਕੇ ਜਾ ਰਹੀ ਹੈ। ਗੁਰੂ ਘਰ ਦਾ ਸਿਧਾਂਤ ਹੈ ਨਾ, ਪਹਿਲੇ ਪੰਗਤ ਪਾਛੇ ਸੰਗਤ। ਇਸ ਕਰਕੇ ਗੁਰੂ ਘਰ ਦੇ ਵਿੱਚ ਜਿਹੜਾ ਵੀ ਆਵੇ ਭਾਈ ਭੁੱਖਾ ਨਾ ਜਾਵੇ। ਦੂਰ ਦੂਰ ਤੇ ਸੰਗਤ ਆਵਹਿ। ਦੂਰੋਂ ਨੇੜਿਓਂ ਜਿੱਥੋਂ ਤੱਕ ਵੀ ਸਾਧ ਸੰਗਤ ਜੀ ਕੋਈ ਸੁਣਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਆਏ ਨੇ, ਉਹ ਸੁਣ ਕਰਕੇ ਗੁਰੂ ਮਹਾਰਾਜ ਦੇ ਦਰਸ਼ਨਾਂ ਵਾਸਤੇ ਆ ਰਹੇ ਹਨ। ਅਨਕ ਅਕੋਰਣ ਕਹੋ ਅਰ ਪਾਵਹਾਂ। ਬਹੁਤ ਸਾਰੀਆਂ ਭੇਟਾਵਾਂ ਜਿਹੜੀਆਂ ਨੇ ਗੁਰੂ ਦੇ ਚਰਨਾਂ ਦੇ ਵਿੱਚ ਅਰਪਣ ਹੋ ਰਹੀਆਂ ਹਨ। ਬ੍ਰਿੰਦ ਸਿੱਖ ਸੇਵਾ ਕਹੋ ਕਰਹੀ। ਬਹੁਤ ਸਾਰੇ ਸਿੱਖ ਗੁਰੂ ਘਰ ਦੀ ਸੇਵਾਵਾਂ ਵਿੱਚ ਲੱਗੇ ਹੋਏ ਹਨ। ਆਪਣੀ ਸ਼੍ਰੇ ਲੈਣ ਹਿਤ ਧਰਹੀ। ਸਾਰੇ ਸੇਵਾਦਾਰਾਂ ਦੇ ਮਨਾਂ ਦੇ ਵਿੱਚ ਇਹੀ ਇੱਛਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਕਲਿਆਣ ਕਰ ਦਿਓ, ਸਾਡੀ ਮੁਕਤੀ ਕਰ ਦਿਓ ਜੀ। ਦੋਹਰਾ ਰਹੇ ਗ੍ਰਾਮ ਧਮ ਧਾਨ ਢਿਗ। ਨਿਤ ਅਖੇਰ ਬ੍ਰਿਤ ਜਾਏ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਤਮਧਾਨ ਸਾਹਿਬ ਵਿਖੇ ਟਿਕੇ ਨੇ ਤੇ ਨਿਤ ਹੀ ਹਮੇਸ਼ਾ ਹੀ ਮਹਾਰਾਜ ਸੱਚੇ ਪਾਤਸ਼ਾਹ ਸ਼ਿਕਾਰ ਖੇਡਣ ਵਾਸਤੇ ਜੰਗਲਾਂ ਵਿੱਚ ਜਾਂਦੇ ਹਨ। ਕਰਤ ਨਿਹਾਲ ਅਨੇਕ ਕੇ ਆਵਹਿ ਨਰ ਸਮੁਦਾਏ। ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਣ ਪਾਰ ਉਤਾਰੇ। ਪਸ਼ੂਆਂ ਨੂੰ ਪ੍ਰੇਤਾਂ ਨੂੰ ਤਾਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ ਹੈ। ਇਸ ਤਰ੍ਹਾਂ ਅਨੇਕਾਂ ਹੀ ਜੀਵ ਜਿਹੜੇ ਨੇ, ਅਨੇਕਾਂ ਹੀ ਸੰਗਤਾਂ ਜਿਹੜੀਆਂ ਨੇ ਆਣ ਕਰਕੇ ਗੁਰੂ ਮਹਾਰਾਜ ਦੇ ਚਰਨ ਸ਼ਰਨ ਵਿੱਚ ਆਉਂਦੀਆਂ ਹਨ, ਦਰਸ਼ਨ ਕਰਦੀਆਂ ਹਨ। ਚਾਉ ਪਏ ਮਾਤ ਨਾਨਕੀ ਸਾਥ ਰਹਿਤ ਹੈ। ਮਾਤਾ ਨਾਨਕੀ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਨਾਲ ਹਨ। ਸ਼੍ਰੀ ਗੁਜਰੀ ਨਿਜ ਨੁਖਾ ਸਹਿਤ ਹੈ। ਤੇ ਮਾਤਾ ਨਾਨਕੀ ਜੀ ਦੀ ਨੂੰਹ ਤੇ ਸਾਡੇ ਮਾਤਾ ਗੁਜਰ ਕੌਰ ਜੀ, ਇਹ ਵੀ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਨਾਲ ਹਨ। ਬਹੁਤ ਦਿਵਸ ਡੇਰਾ ਤਹ ਰਹਿਓ। ਕਾਫੀ ਸਮਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤਮਧਾਨ ਸਾਹਿਬ ਵਿਖੇ ਅਸਥਾਨ ਨਿਵਾਸ ਕੀਤਾ ਹੈ। ਮੰਗਲ ਨਿਤ ਆਨੰਦ ਗੁਰ ਲਹਿਓ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੜੇ ਆਨੰਦ ਦੇ ਸਹਿਤ, ਮੰਗਲ ਦੇ ਸਹਿਤ ਉੱਥੇ ਰਹੇ ਹਨ। ਨੰਦ ਲਾਲ ਸੋਹਣੇ ਕੋ ਨੰਦ। ਇੱਕ ਸਾਧ ਸੰਗਤ ਜੀ ਸੋਹਣੇ ਦਾ ਪੁੱਤਰ ਸੀ ਨੰਦ ਲਾਲ। ਗੁਰ ਗ੍ਰਹਿ ਸੇਵਾ ਲਗਿਓ ਬਿਲੰਦ। ਤੇ ਗੁਰੂ ਘਰ ਦੇ ਵਿੱਚ ਬੜੀ ਭਾਵਨਾ ਦੇ ਨਾਲ ਗੁਰੂ ਘਰ ਦੀ ਸੇਵਾ ਕਰਦਾ ਸੀ। ਮੇਹਾ ਨਾਮ ਤਿਸੀ ਕੋ ਆਹ। ਉਹਦਾ ਹੀ ਨਾਮ ਸਾਧ ਸੰਗਤ ਜੀ ਭਾਈ ਮੀਹਾ ਹੈ। ਸੇਵਾ ਅਦਕ ਸੇਵ ਤੋ ਰਹਾ। ਬਹੁਤ ਸਾਰੀ ਸੇਵਾ ਗੁਰੂ ਘਰ ਦੇ ਵਿੱਚ ਭਾਈ ਮੀਹਾ ਕਰਦੇ ਹਨ। ਤਹ ਜਲ ਹੁਤੋ ਦੂਰ ਤੇ ਲੈ ਆਵਨ। ਉਥੋਂ ਸਾਧ ਸੰਗਤ ਜੀ ਦੂਰੋਂ ਜਲ ਲੈ ਕਰਕੇ
ਗੁਰੂ ਘਰ ਦੇ ਵਿੱਚ ਸਾਧ ਸੰਗਤ ਜਲਦੀ ਸੇਵਾ ਭਾਈ ਮੀਹਾਂ ਜੀ ਕਰਦੇ ਸਨ। ਸਿਰ ਧਰ ਢੋਵਤ ਚਹਿ ਮਨ ਪਾਵਨਾ। ਸਾਧ ਸੰਗਤ ਜੀ ਪਵਿੱਤਰ ਹਿਰਦਾ ਕਰਕੇ, ਹਿਰਦੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵਾਸ਼ਨਾ ਨਹੀਂ, ਹਿਰਦੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਇੱਛਾ ਨਹੀਂ, ਨਿਰਿਛਿਤ ਹੋ ਕਰਕੇ ਨਿਸ਼ਕਾਮ ਭਾਵਨਾ ਦੇ ਨਾਲ ਪਵਿੱਤਰ ਹਿਰਦੇ ਦੇ ਨਾਲ ਗੁਰੂ ਕਰਦਿਆਂ ਹੋਇਆਂ ਗੁਰੂ ਘਰ ਦੀ ਸੇਵਾ ਕਰਦਾ ਸੀ। ਇਹ ਸੇਵਾ ਦੇ ਫਲ ਤਾਂ ਹੀ ਲੱਗਦੇ ਨੇ, ਨਹੀਂ ਤਾਂ ਸਾਧ ਸੰਗਤ ਜੀ ਥੋੜ੍ਹੇ ਕੁ ਦਿਨ ਸੇਵਾ ਕਰਕੇ ਤੇ ਫਿਰ ਹਜ਼ਾਰਾਂ ਹੀ ਅਰਦਾਸਾਂ, ਬਾਬਾ ਜੀ ਆਹ ਵੀ ਦੇ ਦਿਓ, ਬਾਬਾ ਜੀ ਉਹ ਵੀ ਦੇ ਦਿਓ। ਇਸ ਦਾ ਨਹੀਂ, ਸੇਵਾ ਥੋੜ੍ਹੀ ਮੰਗਣ ਬਹੁਤਾ। ਸਾਡੀ ਹਾਲਤ ਇਹ ਹੈ, ਅਸੀਂ ਥੋੜ੍ਹੀ ਸੇਵਾ ਕਰਕੇ ਬਹੁਤਾ ਕੁਝ ਮੰਗਦੇ ਹਾਂ, ਅਤੇ ਜੇ ਉਹ ਮੰਗ ਨਾ ਪੂਰੀ ਹੋਈ ਫਿਰ ਮਹਾਰਾਜ ਸੱਚੇ ਪਾਤਸ਼ਾਹ ਤੇ ਉਲਾਮਾ ਵੀ ਦਿੰਦੇ ਹਾਂ ਕਿ ਅਸੀਂ ਸੇਵਾ ਵੀ ਕੀਤੀ ਹੈ, ਲਓ ਜੀ ਸਾਡਾ ਤਾਂ ਕੰਮ ਹੋਇਆ ਨਹੀਂ ਭਾਈ। ਸੇਵਾ ਜਿਹੜੀ ਹੈ, ਸੇਵਾ ਕਰਨੀ ਸਾਰੀ ਸੇਵਾ ਕਰਨੀ ਹੈ ਨਿਸ਼ਕਾਮ ਹੋ ਕਰਕੇ, ਪਵਿੱਤਰ ਕਰਕੇ ਹਿਰਦੇ ਨੂੰ, ਕਿਸੇ ਤਰ੍ਹਾਂ ਦਾ ਕੋਈ ਸੰਕਲਪ ਨਹੀਂ। ਸੇਵਾ ਕਰਦਿਆਂ ਹੋਇਆਂ ਕਈ ਤਰ੍ਹਾਂ ਦੀਆਂ ਇੱਛਾਵਾਂ ਆਪੇ ਫੁਰ ਪੈਂਦੀਆਂ ਨੇ, ਗੁਰੂ ਮਹਾਰਾਜ ਮੇਰਾ ਆਹ ਵੀ ਕੰਮ ਕਰ ਦਿਓ, ਉਹ ਵੀ ਕੰਮ ਕਰ ਦਿਓ। ਸੇਵਾ ਕਰਦਿਆਂ ਹੋਇਆਂ ਮਨ ਟਿਕਾ ਕਰਕੇ ਨਾਲ ਬਾਣੀ ਪੜ੍ਹਨੀ ਹੈ, ਨਾਲ ਸਿਮਰਨ ਕਰਨਾ, ਤਾਂ ਕਿ ਮਨ ਵਿੱਚ ਕੋਈ ਇੱਛਾ ਨਾ ਫੁਰੇ, ਅਤੇ ਨਾਲ ਸੇਵਾ ਵੀ ਕਰਨੀ ਹੈ। ਤਾਂ ਹੀ ਸਾਧ ਸੰਗਤ ਜੀ ਸੇਵਾ ਸਫਲੀ ਹੁੰਦੀ ਹੈ। ਭਗਤ ਭਾਉ ਮੈਂ ਰੰਗਿਓ ਮਨ ਕੋ। ਇਸ ਤਰ੍ਹਾਂ ਭਾਈ ਮੀਹੇ ਦਾ ਮਨ ਜਿਹੜਾ ਹੈ ਨਾ, ਬਹੁਤਾ ਪ੍ਰੇਮਾ ਭਗਤੀ ਦੇ ਵਿੱਚ ਰੰਗਿਆ ਹੋਇਆ ਹੈ। ਰੰਗ ਲਾਗਤ ਹੈ, ਬ੍ਰਹਮ ਭਾਗਤ ਹੈ। ਜਿਵੇਂ ਹਰੀ ਪਰਮਾਤਮਾ ਦਾ ਰੰਗ ਲੱਗਦਾ ਹੈ, ਤਿਵੇਂ ਹਿਰਦੇ ਦਾ ਭਰਮ ਦੂਰ ਹੋ ਜਾਂਦਾ ਹੈ। ਇਸ ਤਰ੍ਹਾਂ ਭਾਈ ਮੀਹੇ ਦਾ ਮਨ ਬੜਾ ਇਕਾਗਰ ਹੈ, ਬਹੁਤਾ ਪ੍ਰੇਮ ਨਾਲ, ਬਹੁਤੀ ਭਾਵਨਾ ਦੇ ਨਾਲ ਗੁਰੂ ਘਰ ਦੀ ਸੇਵਾ ਕਰਦਾ ਹੈ। ਨਹਿ ਸੁਖ ਠਾਨਤ ਹੈ ਕਬ ਤਨ ਕੋ। ਕਦੇ ਵੀ ਸਾਧ ਸੰਗਤ ਜੀ ਸੁਖ ਨੂੰ, ਕਦੇ ਵੀ ਸਰੀਰ ਨੂੰ ਸੁਖ ਨਹੀਂ ਦਿੰਦਾ। ਹਮੇਸ਼ਾ ਸਾਧ ਸੰਗਤ ਜੀ ਸਰੀਰ ਤੋਂ ਕੰਮ ਹੀ ਲੈਂਦਾ ਹੈ, ਹਮੇਸ਼ਾ ਆਪਣੇ ਸਰੀਰ ਤੋਂ ਗੁਰੂ ਘਰ ਦੀ ਸੇਵਾ ਹੀ ਕਰਦਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਭਾਈ ਮੀਹਾਂ ਸਮਾਂ ਬਤੀਤ ਕਰ ਰਿਹਾ ਹੈ। ਪ੍ਰੇਮ ਬਿਖਾਇ ਸੇਵਤ ਸਤਿਗੁਰ ਕੋ। ਹਿਰਦਾ ਹਮੇਸ਼ਾ ਗੁਰੂ ਮਹਾਰਾਜ ਦੇ ਪ੍ਰੇਮ ਦੇ ਵਿੱਚ ਲੱਗਾ ਹੋਇਆ ਹੈ। ਇਹ ਸਾਧ ਸੰਗਤ ਬਹੁਤ ਵਿਰਲੇ ਲੋਕ ਹੁੰਦੇ ਨੇ ਜਿਹੜੇ ਪਿਆਰ ਦੇ ਨਾਲ ਸੇਵਾ ਕਰਦੇ ਨੇ, ਨਹੀਂ ਤਾਂ ਬਹੁਤਾ ਲੋਕ ਤਾਂ ਸੇਵਾ ਵਿਖਾਉਣ ਵਾਸਤੇ ਕਰਦੇ ਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵੀ ਬਹੁਤ ਵੱਡਾ ਆਪਣਾ ਪੋਸਟਰ ਲਾਉਣਾ, ਬਹੁਤ ਵੱਡੀ ਆਪਣੀ ਫੋਟੋ ਲੱਗਣੀ। ਜੇ ਫੋਟੋ ਨਾ ਲੱਗੇ, ਜੇ ਆਪਾਂ ਅੱਗੇ ਨਾ ਆਈਏ, ਫਿਰ ਸੇਵਾ ਬੰਦ, ਸੇਵਾ ਨਹੀਂ ਫਿਰ ਕਰਨੀ। ਇਸ ਤਰ੍ਹਾਂ ਸਾਧ ਸੰਗਤ ਜੀ ਵੇਖੋ ਵਿਖਾਉਣ ਵਾਸਤੇ ਵੀ ਲੋਕਾਂ ਦੇ ਵਿੱਚ ਮੇਰਾ ਨਾਮ ਹੋਵੇ। ਸੰਤ ਬਾਬਾ ਨਰਿੰਦਰ ਸਿੰਘ ਜੀ ਲੰਗਰ ਸਾਹਿਬ ਵਾਲੇ, ਹਜੂਰ ਸਾਹਿਬ ਨੰਦੇੜ ਵਾਲੇ, ਉਹਨਾਂ ਦੇ ਕੋਲ ਇੱਕ ਪ੍ਰੇਮੀ ਆਇਆ, ਕਹਿੰਦੇ ਬਾਬਾ ਜੀ ਮੈਂ ਇੰਨੇ ਲੱਖ ਦੀ ਸੇਵਾ ਕੀਤੀ ਹੈ, ਅਤੇ ਆਪ ਜੀ ਕਿਰਪਾ ਕਰੋ, ਕਮਰਾ ਆਪ ਜੀ ਬਣਾ ਰਹੇ ਹੋ ਕਮਰੇ, ਅਤੇ ਕਮਰੇ ਦੇ ਉੱਤੇ ਮੇਰਾ ਨਾਮ ਲਿਖ ਦਿਓ, ਅਤੇ ਮੇਰਾ ਨਾਮ ਲਿਖ ਦਿਓ, ਅਤੇ ਮੇਰੇ ਪਿਓ ਦਾ ਨਾਮ ਵੀ ਲਿਖ ਦਿਓ, ਅਤੇ ਸਾਧ ਸੰਗਤ ਜੀ ਫਿਰ ਇਹ ਵੀ ਲਿਖੋ ਵੀ ਇਸ ਨਗਰ ਤੋਂ ਮੈਂ ਆਇਆ ਹਾਂ, ਭਾਵ ਪਿੰਡ ਦਾ ਵੀ ਨਾਂ, ਮੇਰਾ ਵੀ ਨਾਂ, ਅਤੇ ਮੇਰੇ ਪਿਓ ਦਾ ਵੀ ਨਾਂ। ਅਤੇ ਸਾਧ ਸੰਗਤ ਜੀ ਮਹਾਂਪੁਰਖ ਮੁਸਕਰਾਏ, ਮੈਂ ਲਾਗੇ ਹੀ ਬੈਠਾ ਸੀ। ਮਹਾਂਪੁਰਖ ਮੁਸਕਰਾਏ ਅਤੇ ਮੁਸਕਰਾ ਕੇ ਕਹਿੰਦੇ ਨੇ ਗੁਰਮੁਖਾ ਵੀ ਇੱਕ ਗੱਲ ਹੈ ਵੀ ਜੇ ਤਾਂ ਤੂੰ ਇੱਥੇ ਨਾਮ ਲਿਖਾਉਣਾ ਅਤੇ ਫਿਰ ਉਸ ਦਰਗਾਹ ਦੇ ਵਿੱਚ ਤੇਰਾ ਨਾਮ ਨਹੀਂ ਜੇ ਲਿਖਿਆ ਜਾਣਾ, ਅਤੇ ਜੇ ਤੂੰ ਪਰਮਾਤਮਾ ਦੇ ਦਰਗਾਹ ਦੇ ਵਿੱਚ ਨਾਮ ਲਿਖਾਉਣਾ, ਫਿਰ ਇੱਥੇ ਲਿਖਣ ਦਾ ਕੋਈ ਫਾਇਦਾ ਹੈ ਨਹੀਂ। ਤੂੰ ਵੇਖ ਲਾ ਵੀ ਤੂੰ ਇੱਥੇ ਲਿਖਾਉਣਾ ਜਾਂ ਦਰਗਾਹ ਦੇ ਵਿੱਚ ਤੂੰ ਆਪਣਾ ਨਾਮ ਲਿਖਾਉਣਾ। ਅਤੇ ਸੋਚੀ ਪੈ ਗਿਆ, ਅਤੇ ਸੋਚ ਕੇ ਨਾ ਫਿਰ ਕਹਿੰਦਾ ਬਾਬਾ ਜੀ ਠੀਕ ਹੈ ਜੀ, ਨਾਮ ਇੱਥੇ ਰਹਿਣ ਦਿਓ, ਦਰਗਾਹ ਦੇ ਵਿੱਚ ਨਾਮ ਲਿਖਿਆ ਜਾਵੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੇਵਾ ਦਾ ਕਨਸੈਪਟ ਬਹੁਤ ਵੱਡਾ ਹੈ ਸਾਧ ਸੰਗਤ ਜੀ। ਜੇ ਲੁਕੋ ਕੇ ਕਿਸੇ ਨੂੰ ਵਿਖਾਉਣ ਵਾਸਤੇ, ਕਿਸੇ ਨੂੰ ਖੁਸ਼ ਕਰਨ ਵਾਸਤੇ ਨਹੀਂ, ਸੇਵਾ ਗੁਰੂ ਦੀ ਖੁਸ਼ੀ ਲੈਣ ਵਾਸਤੇ ਹੁੰਦੀ ਹੈ। ਲੋਕਾਂ ਵਿੱਚ ਕਿੰਨੀ ਕੁ ਵਡਿਆਈ ਕਿਸੇ ਨੂੰ ਚਾਹੀਦੀ ਹੈ। ਲੋਕ ਪਤੀਣੈ ਕਛੂ ਨਾ ਹੋਵੇ, ਨਾ ਹੀ ਰਾਮ ਇਹ ਆਣਾ। ਲੋਕਾਂ ਨੂੰ ਕਿੰਨਾ ਕੁ ਖੁਸ਼ ਕਰ ਲਵਾਂਗੇ, ਕਿੱਥੇ ਨਾਮ ਲਿਖਾਵਾਂਗੇ। ਅਸਲ ਵਿੱਚ ਖੁਸ਼ ਤਾਂ ਗੁਰੂ ਮਹਾਰਾਜ ਨੂੰ ਕਰਨਾ ਹੈ, ਖੁਸ਼ੀ ਤਾਂ ਗੁਰੂ ਮਹਾਰਾਜ ਦੀ ਚਾਹੀਦੀ ਹੈ। ਇਸ ਕਰਕੇ ਸਾਧ ਸੰਗਤ ਜੀ ਸੇਵਾ ਕਰਨੀ ਹੈ, ਜਿੰਨਾ ਹੋ ਸਕੇ ਗੁਪਤ ਸੇਵਾ ਕਰਨੀ ਚਾਹੀਦੀ ਹੈ। ਲੋਕ ਵਿਖਾਵਾ ਕਰਕੇ ਸੇਵਾ ਨਹੀਂ ਹੁੰਦੀ,
ਉਹ ਤਾਂ ਸਾਧ ਸੰਗਤ ਜੀ ਲੋਕਾਚਾਰ ਹੁੰਦਾ ਆ। ਲੋਕੀ ਕਹਿ ਲੈਣਗੇ 2-4 ਦਿਨ ਇਹਨੇ ਜੀ ਬਹੁਤ ਵੱਡਾ ਸੇਵਾਦਾਰ ਹੈ ਜੀ, ਇਹ ਬਹੁਤ ਵੱਡਾ ਸੇਵਾਦਾਰ ਹੈ। ਪਰ ਸਾਧ ਸੰਗਤ ਜੀ ਆਪਸ ਕੋ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾ ਆਵੈ। ਜਿਹੜਾ ਆਪਣੇ ਆਪ ਦੀ ਵਡਿਆਈ ਕਰਾਉਂਦਾ ਨਾ ਕਿ ਮੈਂ ਬਹੁਤ ਚੰਗਾ, ਮੈਂ ਬਹੁਤ ਚੰਗਾ, ਮੈਂ ਬਹੁਤ ਬੀਬਾ ਬੰਦਾ ਆ, ਅਸਲ ਦੇ ਵਿੱਚ ਸਾਧ ਸੰਗਤ ਜੀ ਭਲਾਈ ਚੰਗਿਆਈ ਉਹਦੇ ਨੇੜੇ ਤੇੜੇ ਵੀ ਨਹੀਂ ਜੀ ਆਉਂਦੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਗੁਰੂ ਮਹਾਰਾਜ ਨੂੰ ਖੁਸ਼ ਕਰਨ ਵਾਸਤੇ ਹੀ ਸੇਵਾ ਕਰਨੀ ਚਾਹੀਦੀ ਹੈ ਕਿ ਗੁਰੂ ਮਹਾਰਾਜ ਖੁਸ਼ ਹੋ ਜਾਣ। ਸਾਡਾ ਅੰਮ੍ਰਿਤ ਵੇਲਾ ਉੱਠਿਆ ਹੋਇਆ ਗੁਰੂ ਮਹਾਰਾਜ ਨੂੰ ਚੰਗਾ ਲੱਗੇ। ਸਾਡਾ ਪੜ੍ਹੀ ਹੋਈ ਸਾਡੀ ਬਾਣੀ ਜਿਹੜੀ ਹੈ ਗੁਰੂ ਮਹਾਰਾਜ ਨੂੰ ਭਾਅ ਜਾਵੇ। ਸਾਡਾ ਇਸ ਥੋੜ੍ਹੀ ਬਹੁਤ ਵੀ ਜੇ ਆਪਾਂ ਸੇਵਾ ਕਰੀਏ ਉਹ ਵੀ ਸਾਧ ਸੰਗਤ ਜੀ ਪਿਆਰ ਨਾਲ, ਸ਼ਰਧਾ ਨਾਲ, ਭਾਵਨਾ ਨਾਲ ਸੇਵਾ ਕਰੀਏ। ਲੋਕਾਂ ਨੂੰ ਵਿਖਾਉਣ ਵਾਸਤੇ ਨਹੀਂ, ਲੋਕਾਂ ਨੂੰ ਖੁਸ਼ ਕਰਨ ਵਾਸਤੇ ਨਹੀਂ, ਬੱਦਾ ਚਿੱਟੀ ਨਹੀਂ, ਜੀ ਨਹੀਂ ਕਰਦਾ ਸੇਵਾ ਕਰਨ ਨੂੰ, ਪਰ ਫਿਰ ਵੀ ਕਰਨੀ ਪੈ ਰਹੀ ਹੈ ਜੀ। ਲੋਕ ਵੇਖ ਰਹੇ ਨੇ। ਇਸ ਤਰ੍ਹਾਂ ਨਹੀਂ, ਹਿਰਦੇ ਵਿੱਚ ਪ੍ਰੇਮ ਧਾਰ ਕਰਕੇ ਭਾਈ ਮੀਹਾਂ ਬੜੀ ਪ੍ਰੇਮ ਭਾਵਨਾ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਜਲ ਦੀ ਸੇਵਾ ਕਰ ਰਿਹਾ ਹੈ। ਪ੍ਰੇਮ ਬਿਖਾਇ ਸੇਵਤ ਸਤਿਗੁਰ ਕੋ। ਇਸ ਤਰ੍ਹਾਂ ਬਹੁਤਾ ਪ੍ਰੇਮ ਦੇ ਨਾਲ ਗੁਰੂ ਮਹਾਰਾਜ ਦੀ ਸੇਵਾ ਕਰ ਰਿਹਾ ਹੈ। ਲਾਗੀ ਲਗਨ ਇਸੀ ਬਿਧ ਉਰ ਕੋ। ਹਿਰਦੇ ਦੀ ਲਗਨ ਜਿਹੜੀ ਹੈ ਇੱਕ ਟੱਕ ਗੁਰੂ ਮਹਾਰਾਜ ਦੇ ਚਰਨਾਂ ਦਾ ਭੌਰਾ ਬਣ ਗਿਆ ਹੈ ਭਾਈ ਮੀਹਾਂ। ਕਿਸ ਕੇ ਸਾਥ ਨਾ ਬੋਲੇ ਕਬਹੂ। ਜਦੋਂ ਹਿਰਦਾ ਗੁਰੂ ਦੇ ਨਾਲ ਜੁੜਿਆ, ਜਦੋਂ ਹਿਰਦਾ ਸਾਧ ਸੰਗਤ ਜੀ ਗੁਰੂ ਦੇ ਨਾਲ ਬਾਤਾਂ ਕਰ ਰਿਹਾ ਹੈ, ਜਦੋਂ ਹਿਰਦੇ ਦੇ ਨਾਲ ਗੁਰੂ ਮਹਾਰਾਜ ਦੇ ਨਾਲ ਸਾਧ ਸੰਗਤ ਗੱਲਬਾਤ ਚੱਲ ਰਹੀ ਹੈ, ਤੇ ਫਿਰ ਬੰਦਾ ਬਾਹਰੋਂ ਕਿਸੇ ਦੇ ਨਾਲ ਬੋਲਦਾ ਨਹੀਂ। ਫਿਰ ਸਾਧ ਸੰਗਤ ਜੀ ਉਹ ਚੁੱਪ ਕਰ ਜਾਂਦਾ ਹੈ। ਫਿਰ ਉਹਦਾ ਹਿਰਦਾ, ਉਹਦਾ ਜੀ ਨਹੀਂ ਕਰਦਾ ਵੀ ਮੈਂ ਕਿਸੇ ਦੇ ਨਾਲ ਗੱਲ ਕਰਾਂ। ਉਹਦਾ ਜੀ ਨਹੀਂ ਕਰਦਾ ਕੋਈ ਮੈਨੂੰ ਵੇਖੇ। ਉਹਦਾ ਜੀ ਨਹੀਂ ਕਰਦਾ ਕੋਈ ਮੈਨੂੰ ਸਿਰ ਝੁਕਾਵੇ, ਮੇਰਾ ਸਤਿਕਾਰ ਕਰੇ, ਮੇਰਾ ਅਦਬ ਕਰੇ। ਉਹਦਾ ਤਾਂ ਜੀ ਕਰਦਾ ਕਿ ਮੈਂ ਬਸ ਮਿੱਟੀ ਬਣ ਜਾਵਾਂ, ਮੈਨੂੰ ਕੋਈ ਵੇਖੇ ਹੀ ਨਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬੜਾ ਸੋਹਣਾ ਕਹਿੰਦੇ ਨੇ ਇੰਜ ਲੱਗਦਾ ਹੈ ਵੀ ਮੈਨੂੰ ਕੋਈ ਵੇਖੇ ਹੀ ਨਾ, ਮੈਂ ਸੰਗਤ ਦੀ ਮਿੱਟੀ ਬਣ ਜਾਵਾਂ, ਮੇਰੇ ਵੱਲ ਕੋਈ ਧਿਆਨ ਹੀ ਨਾ ਜਾਵੇ। ਇਹ ਪਰਮ ਅਵਸਥਾ ਹੈ। ਜਦੋਂ ਬਹੁਤਾ ਆਨੰਦ ਇੱਕ ਮਿਕਤਾ ਹੋ ਜਾਵੇ ਨਾ ਰੱਬ ਦੇ ਨਾਲ, ਉਦੋਂ ਸਾਧ ਸੰਗਤ ਜੀ ਇਹੋ ਜਿਹੀ ਭਾਵਨਾ ਪੈਦਾ ਹੁੰਦੀ ਹੈ। ਨਹੀਂ ਤਾਂ ਲੋਕੀ ਤਾਂ ਅੱਗੇ ਹੋ ਕੇ ਬੈਠਦੇ ਨੇ ਕਿ ਸਾਡਾ ਚਿਹਰਾ ਆਵੇ ਟੀਵੀ ਦੇ ਵਿੱਚ, ਸਾਡੀ ਵਡਿਆਈ ਹੋਵੇ, ਸਾਡਾ ਨਾਮ ਆਵੇ ਜੀ ਸਾਰੇ ਦੇਸ਼ ਵਿਦੇਸ਼ਾਂ ਵਿੱਚ। ਜੇ ਨਾਮ ਨਾ ਆਇਆ ਫਿਰ ਇੰਨੇ ਨਾਰਾਜ਼ ਹੋ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਲੈਣ। ਜੇ ਨਾਮ ਨਾ ਲਈਏ ਫਿਰ ਬੜਾ ਸਾਧ ਸੰਗਤ ਜੀ ਉਹਨਾਂ ਦੁੱਖ ਹੁੰਦਾ ਵੀ ਮੇਰਾ ਨਾਮ ਨਹੀਂ ਲਿਆ, ਮੈਂ ਟੀਵੀ 'ਤੇ ਨਹੀਂ ਆਇਆ। ਬੜੇ ਦੁਖੀ ਹੋ ਜਾਂਦੇ ਨੇ ਜੀ। ਥੋੜ੍ਹਾ ਜਿੰਨਾ ਵੀ ਪੋਸਟਰ 'ਤੇ ਨਾਮ ਨਾ ਆਵੇ, ਫੋਟੋ ਨਾ ਆਵੇ, ਬੜੇ ਦੁਖੀ ਹੋ ਜਾਂਦੇ ਨੇ। ਫਿਰ ਸਾਧ ਸੰਗਤ ਜੀ ਇਹੋ ਜਿਹੀ ਸੇਵਾ ਦਾ ਫਾਇਦਾ ਕੋਈ ਨਹੀਂ ਜੀ। ਜਿਵੇਂ ਅੰਮ੍ਰਿਤ ਦੀਆਂ ਘੁੱਟਾਂ ਮੁਖ ਵਿੱਚ ਭਰੀਏ ਅਤੇ ਕੁਰਲੇ ਕਰਕੇ ਸੁੱਟ ਦਈਏ, ਉਹਦਾ ਫਾਇਦਾ ਕੀ ਹੈ ਜੇ ਲੰਘਾਈਏ ਹੀ ਨਾ ਤਾਂ। ਇਹ ਸਾਧ ਸੰਗਤ ਜੀ ਸੇਵਾ ਕੀਤੀ ਹੋਈ ਵਿਅਰਥ ਜਾਂਦੀ ਹੈ ਜੇ ਆਪਾਂ ਸਿਰਫ ਅਤੇ ਸਿਰਫ ਲੋਕਾਚਾਰ ਵਾਸਤੇ ਸੇਵਾ ਕਰਨੀ ਹੈ। ਭਾਈ ਮੀਹਾਂ ਇੱਕ ਟੱਕ ਲਗਨ ਲੱਗੀ ਹੈ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਚਰਨਾਂ ਦੀ। ਜਿਤੋ ਖਰਚ ਜਲ ਆਨਹ ਸਭ ਹੂੰ। ਜਿੰਨਾ ਕੁ ਸਾਧ ਸੰਗਤ ਜੀ ਖਪਤ ਜਲਦੀ ਹੁੰਦੀ ਹੈ, ਸਾਰਾ ਦਿਨ ਲੱਗਾ ਰਹਿੰਦਾ ਹੈ, ਜਲਦੀ ਸੇਵਾ ਕਰਦਾ ਰਹਿੰਦਾ ਹੈ। ਵਾਹਿਗੁਰੂ ਸਿਮਰਨ ਉਰ ਕਰਤਾ। ਨਾਲ ਸੇਵਾ ਦੇ ਨਾਲ ਕੀ ਕਰ ਰਿਹਾ ਹੈ? ਵਾਹਿਗੁਰੂ 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 ਦਾ ਜਪ ਕਰਦਾ ਹੈ। ਨਾਲ ਰਸਨਾ ਦੇ ਨਾਲ ਵਾਹਿਗੁਰੂ ਦਾ ਜਪ ਕਰਦਾ ਹੈ, ਹੱਥਾਂ ਪੈਰਾਂ ਦੇ ਨਾਲ ਗੁਰੂ ਦੀ ਸੇਵਾ ਕਰਦਾ ਹੈ। ਭਾਗ ਜਗੇ ਸ਼ਰਧਾ ਗੁਰ ਧਰਤਾ। ਬਹੁਤ ਵੱਡੇ ਭਾਗ ਹੋਣ ਤਾਂ ਸਾਧ ਸੰਗਤ ਜੀ ਗੁਰੂ ਦੀ ਸੇਵਾ ਪ੍ਰਾਪਤ ਹੁੰਦੀ ਹੈ। ਬਹੁਤ ਵੱਡੇ ਭਾਗ ਹੋਣ ਤਾਂ ਕੋਈ ਮੁਖ ਚੋਂ ਵਾਹਿਗੁਰੂ ਬੋਲਦਾ ਹੈ। ਬਗੈਰ ਭਾਗਾਂ ਤੋਂ, ਇਹ ਸੱਚੀ ਗੱਲ ਹੈ, ਬਗੈਰ ਭਾਗਾਂ ਤੋਂ, ਬਗੈਰ ਕਰਮਾਂ ਤੋਂ ਇੱਕ ਵਾਰ ਵੀ ਕੋਈ ਵਾਹਿਗੁਰੂ ਨਹੀਂ ਕਹਿ ਸਕਦਾ ਮੁਖ ਚੋਂ, ਇੱਕ ਵਾਰ ਵੀ ਨਹੀਂ। ਇਹ ਚੰਗੇ ਭਾਗ ਹੋਣ ਤਾਂ ਵਾਹਿਗੁਰੂ ਨਿਕਲਦਾ ਹੈ, ਤਾਂ ਕੋਈ ਜਪਜੀ ਸਾਹਿਬ ਪੜ੍ਹਦਾ ਹੈ। ਐਵੇਂ ਨਹੀਂ, ਗੁਰੂ ਦੀ ਬਖਸ਼ਿਸ਼ ਹੋਵੇ ਤਾਂ ਕੋਈ ਸੰਗਤ ਵਿੱਚ ਆਣ ਕਰਕੇ ਬੈਠਦਾ ਹੈ। ਖਾਨ ਪਾਨ ਕਿਛ ਸਹਜੇ ਮਿਲੇ। ਬਹੁਤਾ ਭੋਜਨ ਦੀ ਆਸਾ ਨਹੀਂ, ਅਚੰਤ ਮਿਲੇ ਸੋ ਖਾਏ ਵਾਲੀ ਅਵਸਥਾ ਹੈ।
ਜੋ ਵੀ ਕੁਝ ਮਿਲ ਜਾਵੇ ਰੁੱਖਾ ਮਿੱਸਾ ਜਿਹੋ ਜਿਹਾ ਵੀ ਮਿਲ ਜਾਵੇ ਉਹਦੇ ਵਿੱਚ ਹੀ ਸਬਰ ਸੰਤੋਖ ਨੂੰ ਧਾਰਿਆ ਹੈ। ਖਾਏ ਅਲਪ ਸੇਵੈ ਗੁਰ ਭਲੇ। ਥੋੜਾ ਖਾਂਦਾ ਹੈ, ਥੋੜਾ ਭੋਜਨ ਕਰਦਾ ਹੈ, ਥੋੜਾ ਭੋਜਨ ਕਰਕੇ ਥੋੜੀ ਨਿੰਦਰ ਲੈਂਦਾ ਹੈ ਤੇ ਸਾਰਾ ਦਿਨ ਸਾਰੀ ਰਾਤ ਗੁਰੂ ਦੀ ਸੇਵਾ ਵਿੱਚ ਲੱਗਾ ਹੋਇਆ ਹੈ। ਭਾਈ ਮੀਆਂ ਜੀ ਭੋਜਨ ਕੇ ਸਵਾਦ ਨਹਿ ਧਰੈ। ਭੋਜਨ ਛਕਣ ਲੱਗਿਆ ਸਵਾਦ ਨਹੀਂ ਵੇਖਦਾ, ਇਹ ਜੇ ਸਵਾਦ ਹੈ ਮੈਂ ਹੋਰ ਲੈ ਲਵਾਂ, ਨਹੀਂ ਸਵਾਦ ਵਿੱਚ ਨਹੀਂ ਲੱਗਦਾ। ਇਸ ਤਰ੍ਹਾਂ ਮਨ ਜਿਹੜਾ ਹੈ ਨਾਮ ਬਾਣੀ ਦੇ ਸਵਾਦ ਵਿੱਚ ਲੱਗਾ ਹੋਇਆ ਹੈ। ਜਿਹਨੂੰ ਨਾਮ ਦਾ ਆਨੰਦ ਆਇਆ ਨਾ, ਜਿਹਨੂੰ ਨਾਮ ਦਾ ਸਵਾਦ ਆ ਗਿਆ, ਉਹਨੂੰ ਫਿਰ ਕਿਸੇ ਹੋਰ ਪਦਾਰਥ ਦਾ ਸਵਾਦ ਉਹਨੂੰ ਫਿੱਕਾ ਲੱਗਦਾ ਹੈ। ਇਸ ਤਰ੍ਹਾਂ ਕਿਸੇ ਭੋਜਨ ਵਿੱਚ ਖਾਣ ਪੀਣ ਵਿੱਚ ਬਹੁਤਾ ਰੁਚੀ ਨਹੀਂ ਰੱਖਦੇ ਹਨ। ਮਿਲੈ ਜਥਾ ਸੋ ਖੈਬੋ ਕਰੈ। ਜਿੰਨਾ ਕੁ ਸਾਧ ਸੰਗਤ ਜੀ ਮਿਲ ਜਾਵੇ ਪਿਆਰ ਨਾਲ, ਉਨਾ ਕੁ ਸ਼ੱਕ ਕਰਕੇ ਸੇਵਾ ਵਿੱਚ ਲੱਗੇ ਰਹਿੰਦੇ ਹਨ। ਗਾਗਰ ਕੋ ਸਿਰ ਪਰ ਧਰ ਲਿਆਵੈ। ਗਾਗਰ ਨੂੰ ਸਿਰ ਦੇ ਉੱਤੇ ਰੱਖ ਕਰਕੇ ਜਲ ਢੋਣ ਦੀ ਸੇਵਾ ਕਰਦੇ ਨੇ ਭਾਈ ਮੀਆਂ ਜੀ। ਦੇ ਕਰ ਤਿਸ ਕੋ ਔਰ ਲਿਜਾਵੈ। ਫਿਰ ਸਾਧ ਸੰਗਤ ਜੀ ਜਲ ਲੰਗਰ ਦੇ ਵਿੱਚ ਦੇ ਕਰਕੇ ਹੋਰ ਸਾਧ ਸੰਗਤ ਜੀ ਜਲ ਲਿਆਉਣ ਦੀ ਸੇਵਾ ਕਰਦੇ ਹਨ। ਜਲ ਕੀ ਤੋਟ ਨਾ ਹੋਣੇ ਪਾਵੈ। ਥੋੜਾ ਜਿੰਨਾ ਵੀ ਜਲ ਦੀ ਤੋਟ ਜਿਹੜੀ ਹੈ ਉਹ ਹੋਣ ਨਹੀਂ ਦਿੰਦੇ। ਨਿਸਮਹਿ ਤੋ ਤਮ ਹੋਏ ਤਉ ਭਰ ਲਿਆਵੈ। ਭਾਵੇਂ ਦਿਨ ਹੋਵੇ ਤੇ ਭਾਵੇਂ ਰਾਤ ਹੋਵੇ ਤੇ ਭਾਵੇਂ ਚਾਨਣ ਹੋਵੇ ਤੇ ਭਾਵੇਂ ਹਨੇਰਾ ਹੋਵੇ, ਜਦੋਂ ਮੈਂ ਦੇਖਦਾ ਵੀ ਪਾਣੀ ਘਟ ਗਿਆ ਹੈ, ਜਲ ਦੀ ਲੋੜ ਹੈ, ਤੁਰੰਤ ਜਾ ਕਰਕੇ ਜਲ ਲੈ ਕਰਕੇ ਆਉਂਦੇ ਹਨ। ਇੱਕ ਸੇਵਾ ਮਹ ਭਾ ਅਭਿਲਾਖੀ। ਇਸ ਤਰ੍ਹਾਂ ਸਾਧ ਸੰਗਤ ਜੀ ਬਹੁਤਾ ਮਨ ਵਿੱਚ ਅਭਿਲਾਖਾ ਹੈ, ਇੱਛਾ ਬਣੀ ਹੈ। ਅਪਰ ਨਹੀਂ ਕਿਸ ਬਿਦ ਕੋ ਕਾਂਖੇ। ਹੋਰ ਕਿਸੇ ਤਰ੍ਹਾਂ ਦੀ ਕੋਈ ਇੱਛਾ ਹੈ ਹੀ ਨਹੀਂ, ਸਿਰਫ ਇਹੀ ਇੱਛਾ ਹੈ ਕਿ ਗੁਰੂ ਘਰ ਦੀ ਸੇਵਾ ਮਿਲ ਜਾਵੇ। ਗਾਗਰ ਤੇ ਛਿਲ ਗਾ ਸਿਰ ਮਾਸ। ਧੰਨ ਹਨ ਭਾਈ ਮੀਆਂ ਜੀ, ਕਿੰਨੀ ਸੇਵਾ ਸਾਧ ਸੰਗਤ ਜੀ। ਜਲ ਜਿਹੜਾ ਹੈ, ਜਲ ਦੀ ਗਾਗਰ ਜਦੋਂ ਸਿਰ ਦੇ ਉੱਤੇ ਰੱਖਦੇ ਨੇ ਤੇ ਇੰਨੀ ਕੁ ਸੇਵਾ ਕੀਤੀ ਹੈ ਕਿ ਸਿਰ ਸਾਧ ਸੰਗਤ ਜੀ, ਸਿਰ ਦਾ ਜਿਹੜਾ ਮਾਸ ਹੈ ਨਾ ਉਹ ਛਿੱਲਿਆ ਗਿਆ ਹੈ ਗਾਗਰ ਰੱਖ ਕੇ। ਦਿਨ ਪ੍ਰਤ ਵਦਤ ਭਇਓ ਚਹੁ ਪਾਸ। ਇਸ ਤਰ੍ਹਾਂ ਚਾਰੇ ਪਾਸਿਓਂ ਸਿਰ ਦਾ ਜਿਹੜਾ ਮਾਸ ਹੈ ਨਾ ਉਹ ਸਾਧ ਸੰਗਤ ਜੀ ਛਿੱਲਿਆ ਜਾ ਰਿਹਾ ਹੈ ਗਾਗਰ ਰੱਖ ਕੇ। ਇੰਨੀ ਮਹਾਨ ਸੇਵਾ, ਇੰਨਾ ਚਿੱਤ ਇਕਾਗਰ ਕਿ ਥੋੜਾ ਜਿੰਨਾ ਵੀ ਸਰੀਰ ਦਾ ਖਿਆਲ ਨਹੀਂ ਹੈ। ਧੰਨ ਹਨ ਮਹਾਂਪੁਰਖ, ਧੰਨ ਹਨ ਉਹ ਗੁਰਸਿੱਖ ਜਿਨ੍ਹਾਂ ਨੇ ਇੰਨੀ ਘਾਲ ਸੇਵਾ ਕਮਾਈ ਹੈ ਗੁਰੂ ਘਰ ਦੇ ਵਿੱਚ। ਧਰ ਹੈ ਭਾਵ ਸਿਰ ਘਾਵ ਵਿਸਾਲਾ। ਇਸ ਤਰ੍ਹਾਂ ਸਾਧ ਸੰਗਤ ਜੀ ਗਾਗਰ ਆਪਣੇ ਸੀਸ ਦੇ ਉੱਤੇ ਚੁੱਕਦੇ ਨੇ ਤੇ ਹਿਰਦੇ ਵਿੱਚ ਬਹੁਤਾ ਪ੍ਰੇਮ, ਬਹੁਤ ਹੀ ਭਾਵਨਾ ਹਿਰਦੇ ਵਿੱਚ ਰੱਖਦੇ ਹਨ। ਮਖ ਕਾ ਕਾਟਤ ਹੈ ਸਭ ਕਾਲਾ। ਹੁੰਦਾ ਕੀ ਹੈ, ਜਦੋਂ ਗਾਗਰ ਨਹੀਂ ਰੱਖਦੇ ਉਦੋਂ ਮੱਖੀਆਂ ਜਿਹੜੀਆਂ ਨੇ ਉਹ ਸੀਸ ਦੇ ਉੱਤੇ ਬੈਠ ਕਰਕੇ ਉੱਥੇ ਵੱਢਦੀਆਂ ਹਨ ਤੇ ਉਹਦਾ ਦੁੱਖ ਜਿਹੜਾ ਹੈ ਉਹ ਵੀ ਸਾਧ ਸੰਗਤ ਜੀ ਭਾਈ ਮੀਆਂ ਜੀ ਬਿਲਕੁਲ ਵੀ ਮਨ ਵਿੱਚ ਰੰਚਕ ਮਾਤਰ ਵੀ ਉਸ ਦੁੱਖ ਨੂੰ ਲਿਆਉਂਦੇ ਨਹੀਂ। ਥੋੜਾ ਜਿੰਨਾ ਵੀ ਸਾਧ ਸੰਗਤ ਜੀ ਉਸ ਦੁੱਖ ਨੂੰ ਸਾਰਾ ਸਾਧ ਸੰਗਤ ਜੀ ਦੁੱਖ ਜਿਹੜਾ ਹੈ ਸਹਾਰ ਲੈਂਦੇ ਹਨ। ਨਹੀਂ ਘਾਵ ਕੀ ਪੀਰ ਵਿਚਾਰਾ। ਥੋੜਾ ਜਿੰਨਾ ਵੀ ਘਾਵ ਦੀ ਜਿਹੜੀ ਪੀੜਾ ਹੈ ਉਹਨੂੰ ਵਿਚਾਰਦੇ ਨਹੀਂ। ਤਿਸੀ ਰੀਤ ਗਾਗਰ ਸਿਰ ਧਾਰਾ। ਕਿਸੇ ਰੀਤੀ ਦੇ ਨਾਲ ਭਾਵੇਂ ਪੀੜਾ ਹੋ ਰਹੀ ਹੈ ਫਿਰ ਵੀ ਗਾਗਰ ਜਿਹੜੀ ਹੈ ਉਹ ਭਰ ਕਰਕੇ ਸਿਰ ਦੇ ਉੱਤੇ ਸਾਧ ਸੰਗਤ ਜੀ ਰੱਖਦੇ ਹਨ। ਜਲ ਕੀ ਤੋਟ ਹੋਣ ਨਹਿ ਦੇ। ਥੋੜਾ ਜਿੰਨਾ ਵੀ ਲੰਗਰ ਦੇ ਵਿੱਚ ਜਲ ਦੀ ਤੋਟ ਜਿਹੜੀ ਹੈ ਉਹ ਹੋਣ ਨਹੀਂ ਦਿੰਦੇ। ਸਭ ਡੇਰੇ ਇਸ਼ਨਾਨ ਕਰੇ। ਇਸ ਤਰ੍ਹਾਂ ਸਾਰੇ ਡੇਰੇ ਵਿੱਚ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਸ ਜਲ ਦੇ ਨਾਲ ਇਸ਼ਨਾਨ ਕਰਦੀਆਂ ਹਨ। ਇੱਥੇ ਸਾਧ ਸੰਗਤ ਜੀ ਸਮਾਪਤੀ ਹੈ। ਧੰਨ ਹਨ ਉਹ ਗੁਰਸਿੱਖ, ਧੰਨ ਹਨ ਜਿਨ੍ਹਾਂ ਨੇ ਇਹੋ ਜਿਹੀ ਸੇਵਾ, ਇਹੋ ਜਿਹੀ ਘਾਲ ਕਮਾਈ ਗੁਰੂ ਘਰ ਦੇ ਵਿੱਚ ਰਹਿ ਕਰਕੇ ਕਮਾਈ ਹੈ। ਨਹੀਂ ਤਾਂ ਅਸੀਂ ਤਾਂ 1 2 3 4 ਦਿਨ ਸੇਵਾ ਕਰਕੇ ਕਈ ਤਰ੍ਹਾਂ ਦੀਆਂ ਇੱਛਾਵਾਂ, ਕਈ ਤਰ੍ਹਾਂ ਦੀਆਂ ਮਨੋਕਾਮਨਾਵਾਂ ਰੱਖ ਲੈਂਦੇ ਹਾਂ। ਧੰਨ ਹਨ ਗੁਰਸਿੱਖ ਜਿਨ੍ਹਾਂ ਨੇ ਸਰੀਰ ਦੀ ਪਰਵਾਹ ਨਾ ਕਰਦਿਆਂ ਹੋਇਆਂ, ਭੁੱਖ ਪਿਆਸ ਦੀ ਪਰਵਾਹ ਨਾ ਕਰਦਿਆਂ ਹੋਇਆਂ ਇੱਕ ਟੱਕ ਰਾਤ ਦਿਨ ਲਗਾਤਾਰ ਗੁਰੂ ਕੀ ਸੇਵਾ ਕੀਤੀ ਹੈ। ਇਹੋ ਜਿਹਾ ਜੀਵਨ ਸਾਡਾ ਵੀ ਹੋਵੇ।
ਗੁਰੂ ਮਹਾਰਾਜ ਸਾਡੇ ਤੇ ਬਖਸ਼ਿਸ਼ਾ ਕਰਨ, ਜਿਹਦੇ ਕਰਕੇ ਸਾਡਾ ਉੱਚਾ ਸੁੱਚਾ ਜੀਵਨ ਬਖਸ਼ਿਓ। ਮਹਾਰਾਜ ਸੱਚੇ ਪਾਤਸ਼ਾਹ ਤੇ ਹਿਰਦੇ ਦੇ ਵਿੱਚ ਪ੍ਰੇਮ ਪਿਆਰ ਬਖਸ਼ਿਓ ਜੀ। ਇੱਥੇ ਸਮੇਂ ਦੀ ਸਮਾਪਤੀ ਹੈ। ਭੁੱਲ ਚੁੱਕ ਦੀ ਖਿਮਾ। ਨਹੀਂ ਘਾਵ ਕੀ ਪੀਰ ਵਿਚਾਰੈ, ਤਿਸੀ ਰੀਤ ਗਾਗਰ ਸਿਰ ਧਾਰੈ। ਜਲ ਕੀ ਤੋਟ ਹੋਨ ਨਹਿ ਦੇਈ, ਸਭ ਡੇਰੇ ਇਸ਼ਨਾਨ